ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਬਾਰੇ ਵਿੱਚ। ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਡਾ ਕੋਈ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਜਿਵੇਂ ਕਿ ਸਾਰੇ ਜਾਣਦੇ ਨੇ ਕਿ ਕੈਨੇਡਾ ਨੂੰ ਇੱਕ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਮਿਲ ਚੁੱਕੇ ਨੇ। ਸੋ ਅਜਿਹੇ ਵਿੱਚ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਦੀਆਂ ਕੀ ਪ੍ਰਾਇਓਰਟੀਜ਼ ਹੋਣਗੀਆਂ। ਕੈਨੇਡਾ ਦੇ ਇਮੀਗ੍ਰੇਸ਼ਨ ਦੀ ਗੱਲ ਕਰੀਏ, ਇਸ ਵਕਤ ਬਹੁਤ ਸਾਰੀਆਂ ਫਾਈਲਸ ਲਾਈਨ 'ਚ ਲੱਗੀਆਂ ਹੋਈਆਂ ਨੇ। ਬਹੁਤ ਸਾਰੇ ਲੋਕ ਹਜੇ ਫਾਈਲਸ ਲਗਾਉਣ ਵਾਲੇ ਨੇ। ਇਸ ਵਕਤ ਸਭ ਦੇ ਦਿਮਾਗ ਦੇ ਵਿੱਚ ਇਹੀ ਚੀਜ਼ ਘੁੰਮ ਰਹੀ ਹੈ ਕਿ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਨਵੇਂ ਆਏ ਨੇ, ਕੀ ਇਹ ਰੂਲਸ ਨੂੰ ਟਫ ਕਰਨਗੇ ਜਾਂ ਫਿਰ ਰੂਲਸ ਥੋੜ੍ਹੇ ਲੀਨੀਅੰਟ ਕਰਨਗੇ। ਕਿਸ ਤਰੀਕੇ ਦਾ ਹੋਏਗਾ ਕੈਨੇਡਾ ਦਾ ਇਮੀਗ੍ਰੇਸ਼ਨ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਅਜਿਹੇ ਬਹੁਤ ਸਾਰੇ ਸਵਾਲ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਨੇ ਜਾਂ ਆਪਣੇ ਪ੍ਰੋਸੈਸ ਨੂੰ ਲੈ ਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਵਾਂਗੇ ਤੇ ਅੱਜ ਇਮੀਗ੍ਰੇਸ਼ਨ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ। ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਯਾਨੀ ਮਨੂ ਦੱਤਾ ਤੇ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਕੀ ਹਾਲ ਚਾਲ ਹੈ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਸਰ ਅੱਜ ਇਮੀਗ੍ਰੇਸ਼ਨ ਦੀ ਗੱਲ ਹੋ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਆ ਸਾਡੇ ਨਵੇਂ ਆ ਚੁੱਕੇ ਨੇ ਤੇ ਉਹਨਾਂ ਦੇ ਬਾਰੇ ਥੋੜਾ ਜਿਹਾ ਜਾਣਨਾ ਚਾਹਾਂਗੇ। ਕੀ ਬੈਕਗ੍ਰਾਉਂਡ ਆ, ਕੀ ਪਿਛੋਕੜ ਹੈ ਤੇ ਇਮੀਗ੍ਰੇਸ਼ਨ ਲਈ ਕਿਵੇਂ ਦੇ ਨੇ ਉਹ? ਤਰਨ, ਸਭ ਤੋਂ ਪਹਿਲੇ ਗੱਲ ਕਿ ਆਫਟਰ ਅ ਵੈਰੀ ਲੌਂਗ ਟਾਈਮ ਜਿਹੜੀ ਇਮੀਗ੍ਰੇਸ਼ਨ ਮਿਨਿਸਟਰੀ ਹੈ ਨਾ, ਉਹ GTA ਤੋਂ ਬਾਹਰ ਗਈ ਹੈ। ਸੋ ਐਂਡ ਗਈ ਵੀ ਕਿੱਥੇ? ਐਟਲਾਂਟਿਕ ਦੇ ਵਿੱਚ। ਐਟਲਾਂਟਿਕ ਕਿਉਂਕਿ ਸਾਡੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆਏ ਨੇ ਸੀਨ ਫਰੇਜ਼ਰ, ਉਹ ਐਟਲਾਂਟਿਕ ਤੋਂ ਹੈਗੇ ਨੇ ਜੀ। ਐਂਡ ਉਹਨਾਂ ਦੀ ਕੌਂਸਟੀਟੂਐਂਸੀ ਜਿਹੜੀ ਹੈਗੀ ਹੈ ਹੈਲੀਫੈਕਸ ਦੇ ਨਾਲ ਲੱਗਦੀ ਹੈਗੀ ਹੈ ਐਂਡ ਨੋਵਾ ਸੈਂਟਰ ਤੋਂ ਹੈਗੇ ਨੇ। ਸੋ ਬੇਸਿਕਲੀ ਹੀ ਇਜ਼ ਅ ਯੰਗ ਮੈਨ, 37 years old, ਲਾਇਰ ਬਾਏ ਪ੍ਰੋਫੈਸ਼ਨ। ਸੋ ਹੀ ਅੰਡਰਸਟੈਂਡਸ ਪੋਲੀਟਿਕਸ ਵੈਰੀ ਵੈਲ। 2015 ਤੋਂ ਮੈਂਬਰ ਪਾਰਲੀਮੈਂਟ ਹੈਗੇ ਨੇ। ਸੋ ਹੀ ਇਜ਼ ਵੈਰੀ ਵੈਲ ਕਨੈਕਟਡ ਵਿਦ ਦ ਕਮਿਊਨਿਟੀ। ਸੋ ਐਟਲਾਂਟਿਕ ਵਾਸਤੇ ਬਹੁਤ ਵਧੀਆ ਹੋਇਆ। ਬਿਕੋਜ਼ ਅੱਜ ਤੱਕ ਤੁਸੀਂ ਜਿੰਨੇ ਵੀ ਦੇਖੋ, ਪਿਛਲੇ ਇਮੀਗ੍ਰੇਸ਼ਨ ਮਿਨਿਸਟਰ ਮਾਰਕੋ ਮੈਂਡੀਸਿਨੋ, ਹੀ ਵਾਜ਼ ਫਰੋਮ ਟੋਰਾਂਟੋ ਇਟਸੈਲਫ। ਉਸ ਤੋਂ ਪਹਿਲਾਂ ਅਹਿਮਦ ਹੁਸੈਨ ਜੀ ਸੀਗੇ, ਹੀ ਵਾਜ਼ ਫਰੋਮ GTA ਟੋਰਾਂਟੋ ਤੋਂ ਸੀਗੇ ਉਹ ਵੀ। ਸੋ ਉਸ ਤੋਂ ਪਹਿਲਾਂ ਕ੍ਰਿਸ ਅਲੈਗਜ਼ੈਂਡਰ ਸੀਗੇ, ਉਹ ਵੀ GTA ਦੀ ਰਾਈਡਿੰਗ ਦੇ ਵਿੱਚ ਸੀਗੇ। ਦੈਨ ਉਸ ਤੋਂ ਪਹਿਲਾਂ ਜੇਸਨ ਕੈਨੀ ਸੀਗੇ, ਬਟ ਕੈਨੀ ਵਾਜ਼ ਵੈਰੀ ਵੈਲ ਨੋਨ ਫਰੋਮ ਆਲ ਓਵਰ। ਉਸ ਤੋਂ ਬਾਅਦ ਜੂਡੀ ਸੈਗਰੋ ਸੀਗੇ। ਸੋ GTA ਹਮੇਸ਼ਾ ਹੀ ਡੋਮੀਨੇਟ ਕਰਦਾ ਰਿਹਾ ਬਿਕੋਜ਼ ਇਮੀਗ੍ਰੇਸ਼ਨ ਮਿਨਿਸਟਰਸ ਹਮੇਸ਼ਾ ਹੀ GTA ਤੋਂ ਨਾਰਮਲੀ ਰਹੇ ਨੇ। ਸੋ ਆਫਟਰ ਅ ਵੈਰੀ ਲੌਂਗ ਟਾਈਮ ਆ ਬਾਹਰ ਗਈ ਹੈ। ਸੋ ਆਈ ਐਮ ਵੈਰੀ ਹੋਪਫੁਲ ਬਿਕੋਜ਼ ਅੰਡਰਸਟੈਂਡਿੰਗ ਕਈ ਵਾਰੀ GTA ਤੋਂ ਬਾਹਰ ਨਿਕਲ ਕੇ ਛੋਟੇ ਟਾਊਨਸ ਦੀ ਜਿਹੜਾ ਰਿਪਰੈਜ਼ੈਂਟੇਟਿਵ ਹੁੰਦੇ ਨਾ, ਉਹਨਾਂ ਦੀ ਕਨੈਕਸ਼ਨ ਵਿਦ ਦਾ ਕਮਿਊਨਿਟੀ ਇਜ਼ ਆਲਵੇਜ਼ ਬੈਟਰ। ਐਂਡ ਉਹਨਾਂ ਦੀ ਕਨੈਕਟ ਵਿਦ ਦਾ ਪੀਪਲ, ਕਨੈਕਟ ਵਿਦ ਦਾ ਰਾਈਡਿੰਗਸ, ਕਨੈਕਟ ਵਿਦ ਦਾ ਏਰੀਆ ਇਜ਼ ਮਚ ਬੈਟਰ। ਸੋ ਮੇਰੇ ਅਕੋਰਡਿੰਗ ਹੀ ਵਿਲ ਡੂ ਮਚ ਬੈਟਰ। ਸਰ ਜੇਕਰ ਗੱਲ ਕਰੀਏ ਪਿਛਲੇ ਦੋ ਮਿਨਿਸਟਰਸ ਦੀ, ਤਾਂ ਦੋਵੇਂ ਇਮੀਗ੍ਰੈਂਟ ਫੈਮਿਲੀ ਨਾਲ ਬਿਲੋਂਗ ਕੀਤਾ ਹੈ ਉਹਨਾਂ ਨੇ। ਚਾਹੇ ਮਿਸਟਰ ਅਹਿਮਦ ਹੁਸੈਨ ਹੋਣ, ਮਿਸਟਰ ਮਾਰਕੋ ਮੈਂਡੀਸਿਨੋ ਦੀ ਗੱਲ ਕਰੀਏ, ਇਹ ਬਿਲਕੁਲ ਨਵੇਂ ਯੰਗ ਹੈਗੇ ਆ। 37 ਦੇ ਅਰਾਊਂਡ ਇਹਨਾਂ ਦੀ ਏਜ ਹੈ ਤੇ ਇਮੀਗ੍ਰੈਂਟ ਫੈਮਿਲੀ ਨਾਲ ਇਹਨਾਂ ਦਾ ਕੋਈ ਪਿੱਛੇ ਲੈਣਾ ਦੇਣਾ ਨਹੀਂ ਹੈਗਾ। ਤੁਹਾਨੂੰ ਲੱਗ ਰਿਹਾ ਕਿ ਉਹ ਸੌਫਟ ਕਾਰਨਰ ਥੋੜਾ ਜਿਹਾ ਉਹਨਾਂ ਦਾ ਹੋਏਗਾ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਇਮੀਗ੍ਰੈਂਟਸ ਦੇ ਪ੍ਰਤੀ? ਨਹੀਂ ਤਰਨ, ਬਿਲਕੁਲ ਸੌਫਟ ਕਾਰਨਰ ਹਮੇਸ਼ਾ ਰਹੇਗਾ। ਉਹਦਾ ਰੀਜ਼ਨ ਹੈ ਬਿਕੋਜ਼ ਹੀ ਅੰਡਰਸਟੈਂਡਸ ਕਿ ਉਹਨਾਂ ਦੀ ਕੌਂਸਟੀਟੂਐਂਸੀ ਦੇ ਵਿੱਚ, ਉਹਨਾਂ ਦੇ ਏਰੀਆ ਦੇ ਵਿੱਚ, ਨੋਵਾ ਸਕੋਸ਼ੀਆ ਦੇ ਵਿੱਚ ਉਹਨਾਂ ਨੇ ਸ਼ਾਰਟੇਜਿਸ ਆਫ ਲੇਬਰ ਦੇਖੀਆਂ ਹੋਈਆਂ। ਉਹਨਾਂ ਨੇ ਆ ਵੀ ਦੇਖਿਆ ਕਿ ਇਮੀਗ੍ਰੈਂਟਸ ਜਿਹੜੇ ਹੈਗੇ ਨੇ, ਉਹਨਾਂ ਦਾ ਮੇਨ ਫੋਕਸ GTA ਵੱਲ ਰਹਿੰਦਾ ਜਾਂ ਵੱਡੀ ਸਿਟੀਜ਼ ਵੱਲ ਰਹਿੰਦਾ ਹੈਗਾ। ਸੋ ਅਸੀਂ ਹਮੇਸ਼ਾ ਹੀ ਡਿਸਕਸ ਕਰਦੇ ਰਹੇ ਹਾਂ। ਇਸੇ ਵਾਸਤੇ ਇਹਨਾਂ ਦੇ ਆਉਣ ਦੇ ਨਾਲ ਬਹੁਤ ਸਾਰੀਆਂ ਉਮੀਦਾਂ ਹੈਗੀਆਂ ਕਿ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਆਉਣਗੇ। ਪ੍ਰੋਵਿੰਸ਼ੀਅਲ ਦੇ ਨਾਲ ਮਿਊਨਿਸਪਲ ਪ੍ਰੋਗਰਾਮਸ ਆਉਣ ਦੀ ਉਮੀਦ ਹੈਗੀ ਹੈ। ਐਂਡ ਕਿਉਂਕਿ ਗਵਰਨਮੈਂਟ ਨੂੰ ਜਿਹੜੇ ਟਾਰਗੇਟ ਮੀਟ ਕਰਨ ਵਾਸਤੇ, ਖਾਸ ਕਰ ਜਿਹੜੇ ਰਿਟਾਇਰਮੈਂਟਸ ਨੂੰ ਆਫਸੈਟ ਕਰਨ ਵਾਸਤੇ, ਜਿਸ ਤਰ੍ਹਾਂ ਸਾਨੂੰ ਚਾਹੀਦੀਆਂ ਹੈਗੀਆਂ ਇਮੀਗ੍ਰੈਂਟਸ ਨੂੰ ਆਉਣਾ, ਸੋ ਉਹਦੇ ਵਾਸਤੇ ਆਈ ਥਿੰਕ ਹੀ ਵਿਲ ਬੀ ਮੋਰ ਫੋਕਸਡ। ਐਂਡ ਇਹਨਾਂ ਦਾ ਫੋਕਸ ਈਵਨ ਸ਼ਾਰਟ ਟਰਮ ਲੇਬਰ ਸ਼ਾਰਟੇਜਸ ਨੂੰ ਪੂਰਾ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਰਹੇਗਾ। ਸੋ ਆਈ ਐਮ ਵੈਰੀ ਹੋਪਫੁਲ ਕਿ ਹੀ ਵਿਲ ਡੂ ਵੈਰੀ ਵੈਲ। ਮਤਲਬ ਕਿ ਹੁਣ ਅਟਲਾਂਟਿਕ ਵੱਲ ਜੇ ਅਸੀਂ ਗੱਲ ਕਰੀਏ, ਉੱਧਰਲੇ ਥੋੜੇ ਜਿਹੇ ਜ਼ਿਆਦਾ ਪ੍ਰੋਗਰਾਮ ਆਉਣੇ ਸ਼ੁਰੂ ਹੋ ਜਾਣੇ ਆ। ਇਹਦੇ 'ਚ ਕੋਈ ਸ਼ੱਕ ਨਹੀਂ ਤਰਨ ਜੀ। ਜਦੋਂ ਵੀ ਇਮੀਗ੍ਰੇਸ਼ਨ ਮਿਨਿਸਟਰ ਜਿਹੜੀ ਵੀ ਕੰਟਰੀ ਤੋਂ ਪਿਛੋਕੜ ਰੱਖਦੇ ਨੇ ਜਾਂ ਜਿਹੜੇ ਏਰੀਆ ਤੋਂ ਪਿਛੋਕੜ ਰੱਖਦੇ ਨੇ, ਉਹ ਆਪਣੇ ਏਰੀਏ ਨੂੰ ਥੋੜਾ ਜਿਹਾ ਕਵਰ ਜ਼ਿਆਦਾ ਕਰਦੇ ਨੇ। ਜੇਸਨ ਕੈਨੀ ਜੀ ਸੀਗੇ, ਹੀ ਵਾਜ਼ ਫਰੋਮ ਆਇਰਲੈਂਡ, ਰਾਈਟ? ਉਹਨਾਂ ਦਾ ਪਿਛੋਕੜ ਉੱਥੋਂ ਤੋਂ ਸੀਗਾ। ਸੋ ਉਹਨਾਂ ਨੇ ਆਇਰਿਸ਼ ਲੋਕਾਂ ਵਾਸਤੇ, ਯੂਰੋਪੀਅਨ ਵਾਸਤੇ ਇੱਕ ਡਿਫਰੈਂਟ ਪ੍ਰੋਗਰਾਮਸ ਉਲੀਕੇ ਉਸ ਟਾਈਮ ਤੇ। ਸੋ ਐਬਸੋਲੂਟਲੀ ਇਹ ਹਮੇਸ਼ਾ ਹੀ ਹੁੰਦਾ ਕਿ ਜਿਹੜਾ ਵੀ ਕੁਰਸੀ ਤੇ ਆਉਂਦੇ ਹੈਗੇ ਨੇ ਐਂਡ ਜਿਹੜੇ ਬੈਕਗਰਾਊਂਡ ਤੋਂ ਆਉਂਦੇ ਨੇ, ਉਹ ਆਪਣੇ ਲੋਕਾਂ ਦਾ ਥੋੜਾ ਜ਼ਿਆਦਾ। ਸੋ ਐਬਸੋਲੂਟਲੀ ਐਟਲਾਂਟਿਕ ਦੇ ਵਾਸਤੇ ਅੱਜ ਦੀ ਤਰੀਕ ਦੇ ਵਿੱਚ ਵੀ ਐਟਲਾਂਟਿਕ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ ਪਈਆਂ। ਬਹੁਤ ਸਾਰੀਆਂ ਸ਼ਾਰਟਫਾਲਸ ਹੈਗੀਆਂ। ਉਹਨਾਂ ਨੂੰ ਆਫਸੈਟ ਕਰਨ ਵਾਸਤੇ ਇਮੀਗ੍ਰੈਂਟਸ, ਇੰਟਰਨੈਸ਼ਨਲ ਵਰਕਰਸ, ਫੋਰਨ ਵਰਕਰਸ, ਸਟੂਡੈਂਟਸ ਬੜਾ ਇੱਕ ਅਹਿਮ ਰੋਲ ਪਲੇ ਕਰਨਗੇ। ਐਂਡ ਹੁਣ ਤੁਸੀਂ ਰੀਸੈਂਟਲੀ ਦੇਖੋ, ਈਵਨ ਨਿਊ ਬ੍ਰਾਂਸਵਿਕ ਦੇ ਵਿੱਚ ਪ੍ਰਾਈਵੇਟ ਕਾਲਜਿਸ ਵੀ ਜਿਹੜੀਆਂ ਪ੍ਰੋਗਰਾਮ ਸ਼ੁਰੂ ਕੀਤੇ ਗਏ ਕਿ ਪ੍ਰਾਈਵੇਟ ਕਾਲਜ ਤੋਂ ਵੀ ਪੜ੍ਹ ਕੇ ਤੁਸੀਂ PR ਵਾਸਤੇ, PNP ਵਾਸਤੇ ਐਲੀਜੀਬਲ ਹੋ ਸਕਦੇ ਹੋ। ਕੋਈ ਸਪੈਸੀਫਿਕ ਪ੍ਰੋਗਰਾਮਸ ਉਹਨਾਂ ਨੂੰ ਪਿਕ ਕਰ ਲਿਆ।
ਸੋ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਆਈ ਥਿੰਕ ਵੀ ਵਿਲ ਸੀ ਲੋਟ ਆਫ ਚੇਂਜਸ ਕਮਿੰਗ ਅਪ ਇਨ ਇਮੀਗ੍ਰੇਸ਼ਨ ਐਜ਼ ਵੈਲ। ਇਮੀਗ੍ਰੇਸ਼ਨ ਜਿਸ ਤਰ੍ਹਾਂ ਕੈਨੇਡਾ ਨੂੰ ਇਮੀਗ੍ਰੈਂਟ ਦੀ ਲੋੜ ਹੈਗੀ ਹੈ, ਇਨਵੈਸਟਰਸ ਦੀ ਲੋੜ ਹੈਗੀ ਹੈ, ਫੋਰਨ ਬਲੱਡ ਦੀ ਲੋੜ ਹੈਗੀ ਹੈ, ਫੋਰਨ ਵਰਕਰਸ ਦੀ ਲੋੜ ਹੈਗੀ ਹੈ, enthusiasm ਦੀ ਲੋੜ ਹੈਗੀ ਹੈ, ਐਨਰਜੈਟਿਕ ਵਰਕਫੋਰਸ ਦੀ ਲੋੜ ਹੈਗੀ। ਆਈ ਥਿੰਕ ਇਮੀਗ੍ਰੈਂਟਸ ਆਰ ਗੋਨਾ ਪਲੇ ਅ ਮੇਜਰ ਰੋਲ ਇਨ ਦ ਕਮਿੰਗ ਟਾਈਮ। ਸਰ ਜੇ ਟਾਰਗੇਟਸ ਦੀ ਗੱਲ ਕਰੀਏ, ਇਸ ਵਕਤ ਸਭ ਤੋਂ ਵੱਡੀਆਂ ਚੁਣੌਤੀਆਂ ਉਹਨਾਂ ਦੀ ਸਭ ਤੋਂ ਵੱਡੀ ਇਹਦੇ ਵਿੱਚੋਂ ਇੱਕ ਹੋਏਗੀ ਜਿਹੜਾ ਇਸ ਵਕਤ ਬੈਕਲੌਗ ਇਮੀਗ੍ਰੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਹੋਇਆ ਸੋ ਤੁਹਾਨੂੰ ਲੱਗ ਰਿਹਾ ਕਿ ਇਹਨੂੰ ਥੋੜਾ ਸੈੱਟ ਕਰਨ ਲਈ ਕੋਈ ਨਾ ਕੋਈ ਪ੍ਰਾਇੋਰਟੀ ਬੇਸਿਸ ਦੇ ਉੱਤੇ ਕੁਝ ਚੀਜ਼ਾਂ ਕੀਤੀਆਂ ਜਾਣਗੀਆਂ, ਕਿਉਂਕਿ ਪਿਛਲੇ 2 ਸਾਲ 'ਚ ਪੈਂਡੈਮਿਕ ਦੇ ਕਰਕੇ ਕਾਫੀ ਬੈਕਲੌਗ ਰਿਹਾ ਵਾ। ਕੋਈ ਸ਼ੱਕ ਨਹੀਂ ਤਰਨ ਜੀ, ਇਸ ਟਾਈਮ ਤੇ ਵੀ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। ਪਿਛਲੀ ਜਦੋਂ ਮਿਸਟਰ ਮਾਰਕੋ ਦੇ ਟਾਈਮ ਤੇ ਵੀ ਵਰ ਸੀਇੰਗ ਸਮ ਪਾਇਲਟ ਪ੍ਰੋਜੈਕਟਸ ਐਂਡ ਕੇਅਰ ਗਿਵਰਸ ਨੂੰ ਲੈ ਕੇ ਵੀ ਪਾਇਲਟ ਸ਼ੁਰੂ ਕੀਤੇ ਗਏ ਸੀਗੇ, ਈਵਨ ਸਪਾਊਜ਼ਲ ਐਪਲੀਕੇਸ਼ਨਸ ਨੂੰ ਲੈ ਕੇ ਪਾਇਲਟ ਸ਼ੁਰੂ ਕੀਤੇ ਸੀਗੇ। ਐਂਡ ਕੁਛ ਕੇਸਿਸ ਯੂ ਵਿਲ ਨਾਟ ਇਮੈਜਿਨ ਕਿ 4 ਮਹੀਨਿਆਂ ਦੇ ਵਿੱਚ ਜਿਹਦੇ 'ਚ ਫਾਈਲ ਨੰਬਰ ਵੀ ਨਹੀਂ ਆਉਂਦਾ ਸਪਾਊਜ਼ਲ ਐਪਲੀਕੇਸ਼ਨ ਦਾ, ਉਹਦੇ ਵਿੱਚ ਅਸੀਂ ਇਮੀਗ੍ਰੇਸ਼ਨ ਹੁੰਦੀ ਵੀ ਦੇਖੀ ਹੈ। ਸੋ ਪਾਇਲਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਯੈਸ, ਆਉਣ ਵਾਲੇ ਸਮੇਂ ਦੇ ਵਿੱਚ ਮੇਜਰ ਪ੍ਰਾਇੋਰਟੀ ਜਿਹੜੀ ਰਹੇਗੀ ਉਹ ਬੈਕਲੌਗ ਨੂੰ ਖਤਮ ਕਰਨ ਦੀ ਰਹੇਗੀ, ਬੈਕਲੌਗ ਨੂੰ ਫਿਨਿਸ਼ ਕਰਨ ਦੀ ਰਹੇਗੀ। ਐਂਡ ਅੱਗੇ ਟਾਰਗੇਟਸ ਵਾਸਤੇ ਹੋਰ ਫੋਕਸ ਹੋਣਾ ਪਏਗਾ, ਬਿਕੋਜ਼ ਇਸ ਸਾਲ ਦਾ ਜਿਹੜਾ ਟਾਰਗੇਟ ਸੀਗਾ 4,01,000 ਇਮੀਗ੍ਰੈਂਟ ਦਾ, ਆਈ ਡੋਂਟ ਥਿੰਕ ਸੋ ਕਿ ਅਸੀਂ ਉਹ ਅਚੀਵ ਕਰ ਪਾਵਾਂਗੇ, ਬਟ ਆਈ ਥਿੰਕ ਵੀ ਸ਼ੁੱਡ ਬੀ ਕਲੋਜ਼ ਟੂ ਦੈਟ ਟਾਰਗੇਟ। TR to PR ਵਰਗੇ ਪ੍ਰੋਗਰਾਮ ਦੇ ਬਾਰੇ ਵਿੱਚ ਬਹੁਤ ਉਮੀਦਾਂ ਲਗਾਈਆਂ ਜਾ ਰਹੀਆਂ ਕਿ ਸ਼ਾਇਦ ਇਸ ਤਰੀਕੇ ਦਾ ਕੋਈ ਪਾਇਲਟ ਪ੍ਰੋਗਰਾਮ ਸਾਲ ਦੇ ਐਂਡ ਤੱਕ ਇੱਕ ਹੋਰ ਦੇਖਣ ਨੂੰ ਮਿਲ ਜਾਵੇ। ਇਹਦੇ ਬਾਰੇ ਕੀ ਕੁਝ ਆ ਰਿਹਾ, ਕੋਈ ਖਿਚੜੀ ਪੱਕ ਰਹੀ ਹੈ ਇਸ ਵਕਤ ਇਮੀਗ੍ਰੇਸ਼ਨ ਵਿਭਾਗ? ਕੋਈ ਸ਼ੱਕ ਨਹੀਂ ਤਰਨ ਜੀ, ਬਿਕੋਜ਼ ਤੁਸੀਂ ਦੇਖੋ ਕਿ ਪਿਛਲੇ ਕਾਫੀ ਸਮਿਆਂ ਤੋਂ, ਕਾਫੀ ਵੀਕਸ ਤੋਂ ਅਸੀਂ ਕੋਈ ਵੀ ਡਰਾ ਨਹੀਂ ਦੇਖਿਆ। ਲਾਸਟ ਜਿਹੜਾ ਡਰਾ ਦੇਖਿਆ ਸੀਗਾ ਐਕਸਪ੍ਰੈਸ ਐਂਟਰੀ ਦਾ, ਉਹ ਅਸੀਂ CC ਦਾ ਦੇਖਿਆ ਸੀ। ਉਸ ਤੋਂ ਬਾਅਦ ਤੇ ਸਿਰਫ PNP ਦੇ ਡਰਾਜ਼ ਹੀ ਨਿਕਲ ਰਹੇ ਨੇ। ਐਂਡ CC ਦਾ ਵੀ ਜਿਹੜਾ ਡਰਾ ਸੀਗਾ 462 ਪੁਆਇੰਟਸ ਤੇ ਗਿਆ ਸੀਗਾ ਲਾਸਟ। ਸੋ ਐਬਸੋਲੂਟਲੀ ਆਉਣ ਵਾਲੇ ਸਮੇਂ ਦੇ ਵਿੱਚ TR to PR ਵਰਗੇ ਪ੍ਰੋਗਰਾਮ ਦੇਖੇ ਜਾ ਸਕਦੇ ਨੇ, ਬਿਕੋਜ਼ ਉਹ ਬਲਕ ਪ੍ਰੋਗਰਾਮ ਸੀਗੇ। ਬਿਕੋਜ਼ ਬਲਕ ਪ੍ਰੋਗਰਾਮ ਇਹਦੇ ਵਾਸਤੇ ਸੀਗੇ ਕਿ ਉਹਦੇ ਨਾਲ 2 ਪਰਪਸ ਹੱਲ ਹੋਏ। ਇੱਕ ਤਾਂ ਜਿਹੜੇ ਸਟੂਡੈਂਟਸ ਜਿਹੜੇ ਕੋਵਿਡ ਕਰਕੇ, ਪੈਂਡੈਮਿਕ ਕਰਕੇ ਆਪਣੀ ਆਪਣੀ ਜੌਬ ਆਫਰਸ ਦੇ ਉੱਤੇ ਕੰਮ ਨਹੀਂ ਕਰ ਸਕੇ, ਨੌਕ B ਦੇ ਵਿੱਚ ਜੌਬ ਨਹੀਂ ਮਿਲ ਸਕੀਆਂ, ਜਾਂ ਪੈਂਡੈਮਿਕ ਕਰਕੇ ਘਰ ਬਹਿਣਾ ਪੈ ਗਿਆ, ਜਾਂ ਉਹਨਾਂ ਟਾਈਮ ਪੀਰੀਅਡ ਪੂਰਾ ਹੋ ਰਿਹਾ ਸੀ। ਸੋ ਸਾਰਿਆਂ ਨੂੰ ਓਪਰਚੁਨਿਟੀ ਮਿਲ ਗਈ ਕਿ ਉਹ PR ਵਾਸਤੇ ਕੁਆਲੀਫਾਈ ਹੋ ਜਾਣ। ਸੋ ਇਸੇ ਤਰ੍ਹਾਂ ਐਂਡ ਗਵਰਨਮੈਂਟ ਦਾ ਵੀ ਇੱਕ ਵੱਡਾ ਮੁੱਦਾ, ਬਿਕੋਜ਼ ਉਹ ਜਿਹੜੇ 90,000 ਐਪਲੀਕੈਂਟਸ ਲਿੱਤੇ ਗਏ, ਜਿਹਦੇ ਵਿੱਚ ਤਕਰੀਬਨ 75,000 ਐਪਲੀਕੇਸ਼ਨ ਲਿੱਤੀਆਂ ਜਾ ਚੁੱਕੀਆਂ ਹੈਗੀਆਂ। ਸੋ ਉਹਨਾਂ ਦੇ ਉੱਤੇ ਤਾਂ ਕੰਮ ਹੋਇਆ ਹੀ ਹੈਗਾ। ਸੋ 75,000 ਇੱਕ ਨੰਬਰ ਬੜਾ ਵੱਡਾ ਤਾਦਾਦ ਹੁੰਦੀ ਹੈ, ਉਹ ਗਵਰਨਮੈਂਟ ਨੂੰ ਵਿਦ ਇਨ ਕੈਨੇਡਾ ਮਿਲ ਗਿਆ। ਸੋ ਐਬਸੋਲੂਟਲੀ TR to PR ਨੇ ਬੜਾ ਇੱਕ ਅਹਿਮ ਰੋਲ ਪਲੇ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਅਗਲੇ 2 ਮਹੀਨਿਆਂ ਦੇ ਵਿੱਚ ਵੀ ਮਾਈਟ ਸੀ ਅਨਦਰ ਸੱਚ ਪ੍ਰੋਗਰਾਮ ਕਮਿੰਗ ਅਪ। ਬਟ ਜਿੰਨੇ ਵੀ ਸਟੂਡੈਂਟਸ ਇੱਥੇ ਕੰਮ ਕਰ ਰਹੇ ਨੇ, ਉਹਨਾਂ ਨੂੰ ਇੱਕੋ ਹੀ ਸਲਾਹ ਕਿ ਇਹਨੂੰ ਸੋਚ ਕੇ ਨਾ ਚਲੋ ਕਿ ਪ੍ਰੋਗਰਾਮ ਆਏਗਾ ਤੇ ਅਸੀਂ ਉਹਦੇ ਵਿੱਚ ਕੁਆਲੀਫਾਈ ਕਰਾਂਗੇ। ਸੋ ਯੂ ਹੈਵ ਟੂ ਵਰਕ ਕਿ ਜਿਹੜੇ ਕੋਲ ਨੌਕ B ਦੀ ਜੌਬ ਨਹੀਂ ਹੈਗੀ, ਨੌਕ C ਜਾਂ D ਦੀ ਜੌਬ ਹੈਗੀ, ਦੇ ਸ਼ੁੱਡ ਬੀ ਲੁਕਿੰਗ ਫॉर ਨੌਕ B ਜੌਬਸ। ਐਂਡ ਜਿਨ੍ਹਾਂ ਕੋਲ ਨੌਕ C ਜਾਂ D ਦੀ ਜੌਬਸ ਹੈ, ਦੇ ਸ਼ੁੱਡ ਬੀ ਲੁਕਿੰਗ ਐਟ ਕਿ ਮੈਂ ਨੌਕ B ਦੇ ਵਿੱਚ ਕਿੱਦਾਂ ਜਾ ਸਕਦਾ। ਐਂਡ ਜੇ ਨੌਕ B ਦੇ ਵਿੱਚ ਬੈਠੇ ਹੋਏ ਹੋ, ਗ੍ਰੇਡ 12 ਕਰਕੇ ਆਇਆ, ਤੁਹਾਡਾ ਡਿਫਰੈਂਸ ਜਿਹੜਾ CRS ਸਕੋਰ 400 ਤੋਂ ਥੱਲੇ ਹੈਗਾ, ਤੇ ਯੂ ਸ਼ੁੱਡ ਬੀ ਲੁਕਿੰਗ ਐਟ ਕਿ ਮੇਰਾ ਸਕੋਰ 450 ਦੇ ਕੋਲ ਕਿਸ ਤਰ੍ਹਾਂ ਜਾ ਸਕਦਾ। ਮੈਨੂੰ ਆਈਲੈਟਸ ਇੰਪਰੂਵ ਕਰਨਾ ਪਏਗਾ, ਮੈਨੂੰ 1 ਸਾਲ ਕੰਪਲੀਟ ਕਰਨਾ ਪਏਗਾ, ਜਾਂ ਕੋਈ ਇਹੋ ਜਿਹੇ PNP ਪ੍ਰੋਗਰਾਮਸ ਹੈਗੇ ਜਿਨ੍ਹਾਂ ਦੇ ਵਿੱਚ ਮੈਂ ਕੁਆਲੀਫਾਈ ਕਰ ਸਕਦਾ। ਸੋ ਡੂ ਨਾਟ ਸਿਟ ਆਈਡਲ। ਆ ਨਾ ਸੋਚੋ ਕਿ ਹੋ ਜਾਏਗਾ, TR to PR ਵਾਲੀ ਐਪਲੀਕੇਸ਼ਨਸ ਆਉਣਗੀਆਂ। ਫੋਕਸ ਕਿ ਮੇਰੇ ਮਾਪਿਓ ਨੇ ਬੜੀ ਮਿਹਨਤਾਂ ਕੀਤੀਆਂ, ਮੈਂ ਬੜੀਆਂ ਮਿਹਨਤਾਂ ਕੀਤੀਆਂ ਹੈਗੀਆਂ, ਐਂਡ ਆਈ ਹੈਵ ਟੂ ਗੈਟ ਮਾਈ ਪਰਮਾਨੈਂਟ ਰੈਜ਼ੀਡੈਂਸੀ, ਦ ਸੂਨਰ ਦ ਬੈਟਰ। ਐਂਡ ਉਹਦੇ ਵਾਸਤੇ ਫੋਕਸ ਕਰੋ, ਭਾਵੇਂ ਤੁਹਾਨੂੰ ਨੋਵਾ ਸਕੋਸ਼ੀਆ ਜਾਣਾ ਪਵੇ, ਭਾਵੇਂ ਸੈਸਕੈਚੁਅਨ ਜਾਣਾ ਪਵੇ, ਓਨਟਾਰੀਓ ਦੇ ਵਿੱਚ ਤੁਹਾਨੂੰ PNP ਵਾਸਤੇ ਆਪਸ਼ਨਸ ਮਿਲਦੀਆਂ, ਓਪਰਚੁਨਿਟੀਜ਼ ਮਿਲਦੀਆਂ, ਸਟੇ ਹੇਅਰ। ਐਂਡ ਜੇ LMIA ਦੀ ਜੌਬ ਆਫਰ ਦੀ ਜੌਬ ਓਪਰਚੁਨਿਟੀਜ਼ ਮਿਲਦੀਆਂ ਆਪਣੇ EMPLOYER ਨਾਲ, ਤੇ ਐਬਸੋਲੂਟਲੀ ਹਾਇਰ ਰਿਸਪੌਂਸਿਬਿਲਿਟੀ ਲੈਣ ਵਾਸਤੇ ਤਿਆਰ ਹੋ। ਜਿੰਨੀ ਰਿਸਪੌਂਸਿਬਿਲਿਟੀ ਲੋਗੇ, EMPLOYER ਤੁਹਾਡਾ ਉਹਨਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਵੇਗਾ। ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ 90,000 ਐਪਲੀਕੇਸ਼ਨ ਸੀਗੀਆਂ, ਉਹ 'ਚੋਂ 75,000 ਜਿਹੜੀਆਂ ਨੇ ਉਹ ਅਜੇ ਤੱਕ ਪੂਰੀਆਂ ਹੋ ਗਈਆਂ ਨੇ। ਕਿਹੜੇ ਸੈਕਟਰ 'ਚ ਅਜੇ ਬਚੀਆਂ ਨੇ ਕਿ ਤੁਸੀਂ ਐਪਲੀਕੇਸ਼ਨਸ ਲਗਾ ਸਕਦੇ ਹੋ? ਤਰਨ ਜੀ, ਹੈਲਥ ਕੇਅਰ ਦੇ ਵਿੱਚ ਹਲੇ ਵੀ ਐਪਲੀਕੇਸ਼ਨਸ ਐਕਸੈਪਟ ਕੀਤੀਆਂ ਜਾ ਰਹੀਆਂ ਜੀ। ਐਂਡ ਜਿਨ੍ਹਾਂ ਦੇ ਕੋਲ ਹੈਲਥ ਕੇਅਰ ਦਾ ਐਕਸਪੀਰੀਅੰਸ ਹੈਗਾ, ਐਂਡ ਉਹ ਹਲੇ ਵੀ ਆਪਣੀ ਐਪਲੀਕੇਸ਼ਨ TR to PR ਦੇ ਵਿੱਚ ਲਗਾ ਸਕਦੇ ਨੇ, ਬਿਕੋਜ਼ ਉੱਥੇ 20,000 ਦੇ ਟਾਰਗੇਟ ਦੇ ਸਿਰਫ 5,000 ਐਪਲੀਕੇਸ਼ਨਸ ਗਈਆਂ। ਸੋ ਹਲੇ 15,000 ਐਪਲੀਕੇਸ਼ਨਸ ਹੋਰ ਜਾ ਸਕਦੀਆਂ ਹੈਗੀਆਂ। ਤੇ ਇਸ ਦੀ ਆਖਰੀ ਡੇਟ ਕੀ ਹੋ ਸਕਦੀ ਹੈ? ਤਰਨ ਜੀ, ਹਲੇ ਆਖਰੀ ਡੇਟ ਨਹੀਂ ਹੈਗੀ, ਬਿਕੋਜ਼ ਇਸ ਪ੍ਰੋਗਰਾਮ ਦੇ ਉੱਤੇ ਕੋਈ ਡੇਟ ਨਹੀਂ ਸੀਗੀ। ਸੋ ਨਵੰਬਰ ਤੱਕ ਸੀਗੀ ਵੈਸੇ ਤਾਂ ਜਿਹੜੀ ਡੇਟ ਦਿੱਤੀ ਗਈ ਸੀ, ਬਟ ਹੋ ਸਕਦਾ ਕਿ ਨਵੰਬਰ ਤੋਂ ਬਾਅਦ ਐਕਸਟੈਂਡ ਕਰ ਦਿੱਤੀ ਜਾਵੇ। ਜੀ ਬਿਲਕੁਲ। ਸਰ, ਤੁਸੀਂ ਜਿਵੇਂ CEC ਦੇ ਡਰਾ ਦੀ ਗੱਲ ਕੀਤੀ ਹੈ ਕਿ ਉਸ ਤੋਂ ਬਾਅਦ ਹਜੇ ਕੋਈ ਦੇਖਣ ਨੂੰ ਨਹੀਂ ਮਿਲਿਆ, ਕੀ ਚਾਂਸਸ ਆਰ, ਪੋਸੀਬਿਲਿਟੀ ਹੈਗੀ ਹੈ ਕਿ ਜਿਸ ਤਰੀਕੇ ਨਾਲ ਬਾਰਡਰ ਓਪਨ ਹੋ ਚੁੱਕਿਆ ਕਿ ਐਕਸਪ੍ਰੈਸ ਐਂਟਰੀ ਦਾ ਕੋਈ ਡਰਾ ਇਸ ਸਾਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ? ਤਰਨ ਜੀ, ਆਈ ਐਮ ਵੈਰੀ ਹੋਪਫੁਲ ਕਿ ਐਕਸਪ੍ਰੈਸ ਐਂਟਰੀ ਦਾ ਡਰਾ ਦੇਖਣ ਨੂੰ ਮਿਲੇਗਾ। ਐਂਡ ਇਸ ਟਾਈਮ ਤੇ ਵੀ ਜਿਹੜਾ ਫੋਕਸ ਹੈਗਾ, ਤੁਸੀਂ ਦੇਖੋ TR to PR ਤੋਂ ਬਾਅਦ ਜਿਹੜਾ ਫੋਕਸ ਰਿਹਾ ਉਹ CC ਦੇ ਉੱਤੇ ਰਿਹਾ। CC ਤੋਂ ਬਾਅਦ
ਹੁਣ ਜਿਹੜੇ ਡਰਾਜ਼ ਪਿਕ ਹੋ ਰਹੇ ਨੇ ਐਕਸਪ੍ਰੈਸ ਐਂਟਰੀ ਦੇ ਵਿੱਚ ਉਹ ਪੀਐਨਪੀ ਜਿਨ੍ਹਾਂ ਦੇ ਕੋਲ ਪੀਐਨਪੀ ਸਰਟੀਫਿਕੇਟਸ ਹੈਗੇ ਨੇ ਉਹ ਡਰਾਜ਼ ਪਿਕ ਹੋ ਰਹੇ ਨੇ। ਸੋ ਐਬਸੋਲੂਟਲੀ ਵੀ ਆਰ ਹੋਪਫੁਲ ਕਿ ਆਈ ਥਿੰਕ ਨਵੰਬਰ ਦੇ ਮਹੀਨੇ ਦੇ ਵਿੱਚ ਵੀ ਵਿਲ ਸੀ ਪੀਪਲ ਕਮਿੰਗ ਫਰੋਮ ਆਊਟਸਾਈਡ ਡਰਾਜ਼ ਦੇ ਵਿੱਚ ਪਿਕ ਹੁੰਦੇ ਹੋਏ ਦੇਖਾਂਗੇ। ਸਰ ਇੱਕ ਹੋਰ ਹੈ ਕਿ ਓਨਟਾਰੀਓ ਨੇ ਵੀ ਪੀਐਨਪੀ ਦਾ ਸਭ ਤੋਂ ਵੱਡਾ ਇਸ ਸਾਲ ਦਾ ਡਰਾ ਕੱਢਿਆ ਵਾ, ਉਹਦੇ ਬਾਰੇ ਵੀ ਆਪਾਂ ਜਾਣਕਾਰੀ ਜ਼ਰੂਰ ਦਿਓ। ਤਰਨ 1400 ਐਪਲੀਕੇਸ਼ਨਾਂ ਲਿੱਤੀਆਂ ਗਈਆਂ ਜੀ, 1400 ਇਨਵੀਟੇਸ਼ਨ ਦਿੱਤੇ ਗਏ ਨੇ, ਬਟ 1400 ਇਨਵੀਟੇਸ਼ਨ ਜਿੰਨੇ ਵੀ ਦਿੱਤੇ ਗਏ ਨੇ ਉਹ ਉਹਨਾਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਦੇ ਕੋਲ ਸੌਫਟਵੇਅਰ ਆਈਟੀ ਦਾ ਐਕਸਪੀਰੀਅੰਸ ਹੈਗਾ। ਸੋ ਜੇ ਤੁਹਾਡੇ ਕੋਲ ਸੌਫਟਵੇਅਰ ਆਈਟੀ ਦਾ ਐਕਸਪੀਰੀਅੰਸ ਹੈਗਾ ਐਬਸੋਲੂਟਲੀ ਪੀਐਨਪੀ ਇਜ਼ ਦਾ ਵੇ ਟੂ ਗੋ, ਬਿਕੋਜ਼ 455 ਦੇ ਉੱਤੇ ਇਨਵੀਟੇਸ਼ਨ ਦਿੱਤੇ ਗਏ ਨੇ। ਸੋ 1400 ਪਲੱਸ ਇਨਵੀਟੇਸ਼ਨ ਦਿੱਤੇ ਗਏ ਨੇ ਜੀ। ਐਂਡ ਜੇ ਇਫ ਯੂ ਹੈਵ ਐਕਸਪੀਰੀਅੰਸ ਇਨ ਆਈਟੀ ਸੌਫਟਵੇਅਰ ਤੇ ਐਬਸੋਲੂਟਲੀ ਪੀਐਨਪੀ ਇਜ਼ ਦਾ ਵੇ ਟੂ ਗੋ। ਜੀ ਬਿਲਕੁਲ, ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਪਹਿਲਾ ਸਵਾਲ ਹੈ ਕਿ ਲਾਟਰੀ ਸਿਸਟਮ ਠੀਕ ਹੈ? ਹੁੰਦਾ ਇਹ ਹੈ ਵੀ ਲਾਟਰੀ ਸਿਸਟਮ ਨਾ ਜਿਵੇਂ 10,000 ਨਿਕਲਿਆ ਹੈ, ਜਿਹੜੇ ਵਿਚਾਰੇ ਪਹਿਲਾਂ 10 ਸਾਲ ਦੇ ਆਏ ਉਹ ਰਹਿ ਜਾਂਦੇ ਆ, ਔਰ ਜਿਹੜੇ ਮਗਰੋਂ ਆਏ ਉਹਨਾਂ ਦਾ ਨੰਬਰ ਲੱਗ ਜਾਂਦਾ, ਖਾਸ ਕਰਕੇ ਜਿਹੜੇ ਆਪਣੇ ਮਾਂ-ਬਾਪ, ਨਾਨਾ ਨਾਨੀ, ਦਾਦਾ ਦਾਦੀ। ਇਹਦੇ ਬਾਰੇ ਕਿਉਂ ਨਹੀਂ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ, ਜੋ ਪਹਿਲਾਂ ਆਇਆ ਉਹਨੂੰ ਪਹਿਲਾਂ ਸਪਾਂਸਰ ਕਰ ਦਿੱਤੇ? ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਇਸ ਤੋਂ ਇਲਾਵਾ ਤਾਂ ਨਹੀਂ ਤੁਹਾਡਾ ਕੋਈ ਸਵਾਲ? ਹਾਂ, ਦੂਜਾ ਸਵਾਲ ਵੀ ਹੈਗਾ ਜੀ। ਕੀ ਸਵਾਲ ਹੈ ਸਰ? ਸਵਾਲ ਦੱਸ ਦਿਓ ਕਿਉਂਕਿ ਅਗਲੇ ਕਾਲਰ ਵੀ ਦੂਜਾ ਸਵਾਲ ਹੈ ਸੁਪਰ ਵੀਜ਼ੇ ਵਾਸਤੇ ਇੱਕ ਜਾਣਾ ਆਉਣ ਵਾਲਾ, ਸਮਝੋ 2 ਜਾਣੇ ਆਉਣ ਵਾਲੇ, ਉਹਦੇ ਵਾਸਤੇ ਕਿੰਨਾ ਆਪਣਾ ਇੱਥੇ ਦਿਖਾਉਣਾ ਪਊਗਾ ਆਮਦਨ? ਉਸ ਤੋਂ ਅਗਲਾ ਸਵਾਲ ਰਾਜੀ ਸਾਡੀ ਜਿਹੜੇ ਗੁਰਦੁਆਰਿਆਂ ਜਾ ਰਹੇ ਆ ਉਹਨਾਂ ਦੇ ਵੀਜ਼ੇ ਕਿਉਂ ਬੰਦ ਕਰ ਰੱਖੇ ਹੈਗੇ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ। ਅਸੀਂ ਡੀਸੀ ਤੋਂ ਬੋਲਦੇ ਹਾਂ। ਹਾਂਜੀ ਹਾਂਜੀ, ਮੇਰਾ ਕੁਐਸਚਨ ਇਹ ਹੈ, ਮੇਰੀ ਸਿਸਟਰ ਹੈ ਇੱਥੇ, ਮਤਲਬ ਕਿ ਉੱਥੇ ਉਹਦੀ ਨਰਸਿੰਗ ਕੀਤੀ ਹੋਈ ਸੀ, ਇੱਥੇ ਉਹ ਵਰਕ ਪਰਮਿਟ ਤੇ ਆ, ਮਤਲਬ ਕਿ ਆਈ ਹੋਈ ਵੀ ਉਹਦਾ ਕੁਛ ਹੈਗਾ ਵੀ ਹੈਲਥ ਵਾਲਿਆਂ 'ਚ ਵੀ ਜੇ ਪੱਕੀ ਹੋ ਸਕਦੇ, ਫਿਰ ਮਿਲਦੀ ਹੋਵੇ ਵੀ ਕਿਸ ਤਰ੍ਹਾਂ ਵੀ ਕਰ ਸਕਦੀ ਹੈ ਕੁਛ? ਸਰ ਕੁਝ ਪੁੱਛਣਾ ਹੈ ਆਨਸਰ ਵੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਓਕੇ ਜੀ ਸਰ, ਪਹਿਲਾਂ ਲੋਟਰੀ ਸਿਸਟਮ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਨੇ ਕਿ ਲੋਟਰੀ ਸਿਸਟਮ ਦੇ ਬਾਰੇ ਵਿੱਚ ਇਹਦੇ ਨੂੰ ਲੈ ਕੇ ਕਾਫੀ ਮੁੱਦਾ ਵੀ ਗਰਮਾਇਆ ਹੋਇਆ। ਤੁਹਾਨੂੰ ਲੱਗ ਰਿਹਾ ਕਿ ਇਮੀਗ੍ਰੇਸ਼ਨ ਮਿਨਿਸਟਰ ਇਸ ਮਾਮਲੇ ਦੇ ਵਿੱਚ ਕੋਈ ਹੱਥ ਪਾ ਸਕਦੇ ਨੇ? ਤੁਹਾਨੂੰ ਯਾਦ ਹੋਏਗਾ ਕਿ ਜਿਹੜੀ ਲਾਸਟ ਟਾਈਮ ਜਿਹੜੇ ਜੱਜ ਜੇਸਨ ਕੈਨੀ ਸਭ ਚੀਜ਼ਾਂ ਲੈ ਕੇ ਆਏ ਸੀਗੇ ਤੇ ਉਦੋਂ ਲੋਟਰੀ ਸਿਸਟਮ ਨਹੀਂ ਐਗਜ਼ਿਸਟ ਕਰਦਾ ਸੀਗਾ। ਉਸ ਤੋਂ ਪਹਿਲਾਂ ਵੀ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਰੈਗੂਲਰ ਪੂਰੇ ਸਾਲ ਜਾਂਦੀਆਂ ਰਹਿੰਦੀਆਂ ਸੀਗੀਆਂ। ਉਸ ਤੋਂ ਬਾਅਦ ਆਇਆ ਜੀ ਕਿ ਇੰਨੇ ਦਿਨ ਵਾਸਤੇ ਐਪਲੀਕੇਸ਼ਨਸ ਖੁੱਲ੍ਹਣਗੀਆਂ, ਇੰਨੇ ਦਿਨ ਦੇ ਵਿੱਚ ਤੁਸੀਂ ਐਪਲੀਕੇਸ਼ਨ ਪੁੱਟ ਅਪ ਕਰਨੀਆਂ ਹੈਗੀਆਂ। ਸੋ ਗਵਰਨਮੈਂਟ ਚੇਂਜਸ, ਹਰ ਸਰਕਾਰ ਆਪਣੇ ਹਿਸਾਬ ਦੇ ਨਾਲ ਚੇਂਜਸ ਲੈ ਕੇ ਆਉਂਦੀ ਹੈ। ਐਂਡ ਜਿਹੜਾ ਲੋਟਰੀ ਸਿਸਟਮ ਵੀ ਹੈਗਾ ਆ, ਪਹਿਲੇ ਆ ਵੀ ਆਇਆ ਕਿ ਲੋਟਰੀ ਸਿਸਟਮ ਜਿਹੜਾ ਹੈਗਾ ਉਹ 1 ਦਿਨ ਵਾਸਤੇ ਖੁੱਲ੍ਹੇਗਾ। ਉਹ ਦੇਖਿਆ ਕਿ ਕੁਝ ਮਿੰਟਾਂ ਦੇ ਵਿੱਚ ਉਹ ਟਾਰਗੇਟ ਪੂਰਾ ਹੋ ਗਿਆ ਸੀਗਾ। ਫਿਰ ਗਵਰਨਮੈਂਟ ਨੇ ਚੇਂਜਸ ਕੀ ਕੀਤੇ ਜੀ ਕਿ ਹਰੇਕ ਨੂੰ ਓਪਰਚੁਨਿਟੀ ਮਿਲੇਗੀ ਕਿ ਉਹ ਐਪਲੀਕੇਸ਼ਨ ਐਟਲੀਸਟ ਪਾ ਸਕੇ ਆਪਣੀ। ਸੋ ਉਸ ਤੋਂ ਬਾਅਦ ਫਿਰ ਲੋਟਰੀ ਸਿਸਟਮ ਆਇਆ। ਕਦੀ ਵੀ ਕਹਿੰਦੇ ਜੀ ਅ ਮੈਨ ਇਜ਼ ਯੈਟ ਟੂ ਬੀ ਬੋਰਨ ਹੂ ਕੈਨ ਪਲੀਜ਼ ਐਵਰੀਵਨ। ਸੋ ਜਦੋਂ ਤੱਕ ਟਾਰਗੇਟਸ ਪੂਰੇ ਨਹੀਂ ਹੁੰਦੇ, ਜਦ ਤੱਕ ਟਾਰਗੇਟਸ ਵਧਾਏ ਨਹੀਂ ਜਾਂਦੇ, ਤਾਂ ਤੱਕ ਆਈ ਡੋਂਟ ਥਿੰਕ ਸੋ ਕਿ ਐਵਰੀਬਡੀ ਵੁੱਡ ਬੀ ਹੈਪੀ। ਐਂਡ ਆਹ ਚੇਂਜਸ ਹਰ ਸਰਕਾਰ ਆਪਣੇ ਹਿਸਾਬ ਦੇ ਨਾਲ ਲਿਆਂਦੀ ਰਹਿੰਦੀ ਹੈਗੀ ਹੈ। ਸੋ ਕਹਿਣਾ ਕਿ ਲੋਟਰੀ ਸਿਸਟਮ ਮਾੜਾ ਹੈਗਾ, ਠੀਕ ਹੈਗਾ, ਜੇ ਕਿਸੇ ਦੇ ਪਿਕ ਹੋ ਗਈ ਤਾਂ ਉਹ ਕਹੇਗਾ ਜੀ ਲੋਟਰੀ ਸਿਸਟਮ ਮੇਰੇ ਵਾਸਤੇ ਤਾਂ ਬੈਸਟ ਹੈਗਾ। ਜਿਨ੍ਹਾਂ ਦੀ ਪਿਕ ਨਹੀਂ ਹੋਏਗੀ ਉਹ ਕਹੇਗਾ ਜੀ ਲੋਟਰੀ ਸਿਸਟਮ ਮੇਰੇ ਵਾਸਤੇ ਸਭ ਤੋਂ ਠੀਕ ਨਹੀਂ ਹੈਗਾ। ਸੋ ਯੈਸ, ਇਹਦੇ ਸਿਸਟਮ ਦੇ ਵਿੱਚ ਕਾਫੀ ਸਾਰੀ ਚੇਂਜਸ ਲੋੜ ਹੈਗੀਆਂ, ਬਿਕੋਜ਼ ਚਾਹੀਦਾ ਕੀ ਹੈਗਾ ਕਿ ਈਵਨ ਫਸਟ ਇੰਸਟੈਂਸ ਦੇ ਵਿੱਚ ਜਦੋਂ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਵਾਸਤੇ ਆਪਣੀ ਐਪਲੀਕੇਸ਼ਨ ਫਿਲ ਕਰ ਰਹੇ ਹੋ, ਉਦੋਂ ਹੀ ਤੁਹਾਡੇ ਨੋਟਿਸ ਆਫ ਅਸੈਸਮੈਂਟ, ਤੁਹਾਡੀ ਇਨਕਮ ਰਿਕੁਆਇਰਮੈਂਟਸ ਲੈ ਲਿੱਤੀ ਜਾਵੇ ਤਾਂ ਕਿ ਜਿਹੜੇ ਨਹੀਂ ਕੁਆਲੀਫਾਈ ਹੁੰਦੇ ਉਹ ਐਪਲੀਕੇਸ਼ਨ ਪੁੱਟ ਹੀ ਨਾ ਕਰ ਸਕਣ। ਸੋ ਇਹ ਚੇਂਜਸ ਕਾਫੀ ਸਾਰੀਆਂ ਜ਼ਰੂਰੀ ਹੈਗੀਆਂ ਜੀ। ਐਂਡ ਲੋਟਰੀ ਸਿਸਟਮ ਦੇ ਵਿੱਚ ਕੀ ਚੇਂਜਸ ਆਉਣਗੇ ਅਤੇ ਟਾਈਮ ਆਉਣ ਵਾਲਾ ਸਮੇਂ ਦੱਸੇਗਾ ਜੀ। ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਸਾਡੇ ਨੈਕਸਟ ਜੁੜ ਗਏ ਨੇ, ਅਸੀਂ ਸਰਵਰ ਟੀਮ ਨੂੰ ਕਹਾਂਗੇ ਨਾਲ ਦੀ ਨਾਲ ਕਾਲ ਵੀ ਫਾਰਵਰਡ ਕੀਤੀਆਂ ਜਾਣ। ਇਹਨਾਂ ਨੇ ਇੱਕ ਹੋਰ ਸਵਾਲ ਪੁੱਛਿਆ ਸੀ ਕਿ ਸੁਪਰ ਵੀਜ਼ਾ ਲਈ ਕਿੰਨੀ ਇਨਕਮ ਸ਼ੋ ਕਰਨੀ ਜ਼ਰੂਰੀ ਹੈ। ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਨੈਕਸਟ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਡਮ, ਮੈਂ ਵੀਡੀਓ ਸੁਣੀ ਸੀ ਕੱਲ ਪਰਸੋਂ। ਮੈਂ ਨਾ ਫਾਰਮ ਵਰਕਰ ਹਾਂ, 2019 ਦੇ ਲਾਸਟ ਵਿੱਚ ਲਿਆ ਸੀ, ਨਵੰਬਰ 19 ਚ ਫਾਰਮ ਵਰਕਰ ਦਾ ਵਰਕ ਪਰਮਿਟ ਲਿਆ ਸੀ। ਤੇ ਹੁਣ ਮੈਂ ਮਾਰਚ 21 ਦੇ ਵਿੱਚ ਸੁਪਰਵਾਈਜ਼ਰ ਦਾ ਨੂੰ ਕਨਵਰਟ ਕਰਾ ਲਿਆ ਵਾ। ਮੇਰੇ ਕੋਲ ਨਾ ਜਦੋਂ ਪਿੱਛੇ ਪ੍ਰੋਗਰਾਮ ਨਿਕਲਿਆ ਸੀ 40,000
ਫਾਰਮ ਵਰਕਰਾਂ ਦੀ ਜਾਂ ਦੂਜੇ ਸਾਰੇ ਅਸੈਂਸ਼ੀਅਲ ਵਰਕਰ ਦੇ, ਜੀ ਉਹਦੇ 'ਚ ਉਦੋਂ ਮੈਂ ਕੋਈ ਆਈਲੈਟਸ ਨਹੀਂ ਸੀ ਕੀਤੀ, ਮੈਂ ਲੇਟ ਹੋ ਗਿਆ। ਮੈਂ ਕਿਹਾ ਨਵੰਬਰ ਤੱਕ ਹੀ ਚੱਲਣਾ ਪ੍ਰੋਗਰਾਮ, ਤੇ ਮੈਂ ਅਜੇ ਤਿਆਰੀ ਕਰਨ ਰਿਹਾ ਤੋਂ ਮੈਂ ਕਹਿੰਦਾ ਇੱਕਦਮ ਜੋ ਬੰਦ ਹੋ ਗਿਆ। ਜੀ ਹੁਣ ਉਹ ਮੈਂ ਵੀਡੀਓ ਵੇਖੀ ਤੋਂ ਆਉਂਦੇ ਵੀ ਹਜੇ ਵੀ ਤੁਸੀਂ ਲਾ ਸਕਦੇ ਜੇ ਫਾਈਲ। ਮੈਂ ਇਹ ਪੁੱਛਣਾ ਕਿ ਹੁਣ ਮੈਂ ਆਈਲੈਟਸ ਕਰਦੀ ਆ ਤੇ ਮੇਰੇ ਕੋਲ ਡਾਕੂਮੈਂਟ ਪੂਰੇ ਹੋ ਗਿਆ, ਮੈਂ ਲਾ ਸਕਦਾ ਫਾਈਲ ਹੁਣ? ਸਰ ਆਪਾਂ ਆਨਸਰ ਦਈਏ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਅੱਛਾ, ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਸਰਵਰ ਟੀਮ ਨੂੰ ਕਵਾਂਗੇ ਨੈਕਸਟ ਕਾਲ ਵੀ ਫਾਰਵਰਡ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਾਡਾ ਸਵਾਲ ਸੀਗਾ ਜੀ ਪੇਰੈਂਟਲ ਸਪਾਂਸਰਸ਼ਿਪ ਬਾਰੇ, ਹਾਂਜੀ ਤੇ ਇਹਦਾ ਮੈਂ ਪੁੱਛਣਾ ਸੀਗਾ। ਮੈਂ ਬਹੁਤ ਜ਼ਿਆਦਾ ਦੇਖ ਰਿਹਾਗਾ ਵੀ ਇਹਦੇ 'ਚ ਕੁਆਲੀਫਾਈ ਨਹੀਂ ਹੈਗੇ ਜਿਹੜੇ ਲੋਕ, ਉਹ ਹੁਣ ਪੁੱਛ ਰਹੇ ਆ ਵੀ ਅਸੀਂ ਇਨਕਮ ਐਡਜਸਟ ਕਿਵੇਂ ਕਰਵਾਈਏ ਤਾਂ ਕਿ ਅਸੀਂ ਉਹ ਕਰੀਏ, ਸਾਡੀ ਐਪਲੀਕੇਸ਼ਨ ਗੋ ਥਰੂ ਹੋ ਜੇ। ਮੈਂ ਇੱਦਾਂ ਦੀਆਂ ਬਹੁਤ ਪੋਸਟਾਂ ਦੇਖੀਆਂ, ਮੈਂ 4-5 ਸਾਲ ਤੋਂ ਟਰਾਈ ਕਰ ਰਿਹਾ। ਇਹਦਾ ਕਿਉਂ ਨਹੀਂ ਸਰਕਾਰ ਕੁਛ ਕਰਦੀ? ਵੀ ਉਹ ਕਿਉਂ ਫੇਕ ਪਹਿਲਾਂ ਇੰਟਰਸਟ ਸਪਾਂਸਰ ਫਾਰਮ ਦਿੰਦੇ ਆ ਵਿਦਆਊਟ ਕਨਫਰਮ ਕੀਤੇ ਵੀ ਇਹ ਐਲੀਜੀਬਲ ਹੈਗੇ ਵੀ ਆ ਜਾਂ ਨਹੀਂ। ਦੂਜਾ ਇਹ 'ਚ ਕੋਈ ਇਹ ਕਾਹਤੋਂ ਨਹੀਂ ਹੈਗਾ ਵੀ ਇਹ ਕਿੰਨੇ ਸਾਲ ਤੋਂ ਕੋਈ ਟਰਾਈ ਕਰ ਰਿਹਾ, ਉਹਦੀ ਪ੍ਰੈਫਰੈਂਸ ਇਹਦਾ ਕੋਈ ਉਹਨਾਂ ਨੂੰ ਫੀਡਬੈਕ ਦਿੱਤੀ ਜਾ ਸਕਦੀ ਹੈ ਵੀ ਕੋਈ ਹੱਲ ਹੈਗਾ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਗੱਲ ਕਰ ਰਹੀ ਹਾਂ। ਮੈਂ ਆਪਣੇ ਫਰੈਂਡਸ ਦੇ ਲਈ ਪੁੱਛਣਾ ਸੀਗਾ ਜਿਨ੍ਹਾਂ ਨੇ ਇੰਡੀਆ ਤੋਂ ਅਪਲਾਈ ਕੀਤਾ। ਉਹਨਾਂ ਦਾ CRS ਸਕੋਰ ਆ ਰਿਹਾ ਹੈਗਾ 351, ਪਰ ਉਹ ਇੱਕ ਲਾਇਰ ਹੈਗਾ ਆ, ਦਾ ਹਸਬੈਂਡ ਇਜ਼ ਦਾ ਲਾਇਰ ਐਂਡ ਵਾਈਫ ਉਹਦੀ ਇੰਜੀਨੀਅਰ ਹੈਗੀ ਆ, ਮਾਸਟਰਸ ਕੀਤੀ ਹੋਈ ਉਹਨਾਂ ਨੇ। ਐਸ CRS ਸਕੋਰ ਦੇ ਨਾਲ ਉਹਨਾਂ ਦੇ ਕੋਈ ਚਾਂਸ ਹੈਗੇ ਆ ਜਾਂ ਕਿਸੇ ਹੋਰ ਪ੍ਰੋਵਿੰਸ਼ੀਅਲ ਨੋਮੀਨੀ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਅੰਡਰ ਉਹਨਾਂ ਦਾ ਕੁਝ ਚਾਂਸ ਬਣ ਸਕਦਾ? ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਸਰ ਸੁਪਰ ਵੀਜ਼ਾ ਲਈ ਆਮਦਨ ਕਿੰਨੀ ਸ਼ੋ ਕਰਨੀ ਹੁੰਦੀ ਹੈ? ਤਰਨ ਜੀ, ਜਿਹੜੀ ਸੁਪਰ ਵੀਜ਼ਾ ਦੀ ਆਮਦਨ ਹੈਗੀ ਹੈ ਜਾਂ ਇਨਕਮ ਹੈਗੀ ਹੈ, ਉਹ ਫੈਮਿਲੀ ਸਾਈਜ਼ ਦੇ ਹਿਸਾਬ ਦੇ ਨਾਲ ਲੋ ਇਨਕਮ ਕੱਟ ਆਫ ਦੇ ਹਿਸਾਬ ਦੇ ਨਾਲ ਚਾਹੀਦੀ ਹੈ। ਸੋ ਪਲੱਸ 30% ਨਹੀਂ ਚਾਹੀਦੀ, ਬਟ ਸਪੋਜ਼ ਜੇ ਫੈਮਿਲੀ ਆਫ ਹਸਬੈਂਡ ਵਾਈਫ ਹੈਗੇ ਨੇ ਇੱਥੇ ਐਂਡ 2 ਬੱਚੇ ਹੈਗੇ ਨੇ ਤੇ 2 ਮਮ ਡੈਡ ਨੂੰ ਬੁਲਾਉਣਾ ਚਾਹੁੰਦੇ ਨੇ ਤਾਂ ਫੈਮਿਲੀ ਆਫ 6 ਹੋ ਗਈ। ਸੋ ਫੈਮਿਲੀ ਆਫ 6 ਦੇ ਹਿਸਾਬ ਦੇ ਨਾਲ ਉਹਨਾਂ ਨੂੰ ਇਨਕਮ ਰਿਕੁਆਇਰਮੈਂਟ ਤਕਰੀਬਨ ਚਾਹੀਦੀ ਹੈ ਜੀ 60,000 ਦੇ ਆਸ-ਪਾਸ ਦੀ। ਸੋ ਹਰ ਇੱਕ ਫੈਮਿਲੀ ਦੇ ਹਿਸਾਬ ਦੇ ਨਾਲ ਡਿਫਰੈਂਟ ਇਨਕਮ ਹੈਗੀ ਹੈ। ਸੋ ਤਕਰੀਬਨ 7,500-8,000 ਦਾ ਡਿਫਰੈਂਸ ਹੈਗਾ ਫॉर ਈਚ ਐਪਲੀਕੈਂਟ ਟੂ ਬੀ ਐਡਡ ਟੂ ਦਾ ਫੈਮਿਲੀ। ਸੋ ਇੰਨੀ ਇਨਕਮ ਚਾਹੀਦੀ ਹੈ ਜੀ ਸੁਪਰ ਵੀਜ਼ਾ ਤੇ ਬੁਲਾਉਣ ਵਾਸਤੇ। ਤੀਜਾ ਸਵਾਲ ਇਹਨਾਂ ਦਾ ਸੀ ਵੀ ਢਾਡੀ ਰਾਗੀ ਇਹਨਾਂ ਦੀ ਵੀਜ਼ਾ ਕਿਉਂ ਬੰਦ ਕੀਤੀ ਗਈ? ਢਾਡੀ ਰਾਗੀ ਦੇ ਵੀਜ਼ੇ ਬੰਦ ਨਹੀਂ ਕੀਤੇ ਗਏ ਜੀ, ਬਟ ਅਗੇਨ ਡਿਲੇਡ ਪ੍ਰੋਸੈਸ ਹੈਗਾ ਆ। ਸੋ ਦੈਟ ਇਜ਼ ਅ ਰੀਜ਼ਨ, ਦੈਟ ਇਜ਼ ਵਾਈ ਉਹਨੂੰ ਬੰਦ ਕੀਤੇ ਹੋਏ ਨਜ਼ਰ ਆ ਰਹੇ ਨੇ, ਬਟ ਅਦਰਵਾਈਜ਼ ਡਿਲੇਡ। BC ਤੋਂ ਕਾਲ ਆਈ ਸੀ, ਉਹ ਕਹਿੰਦੇ ਸੀ ਉਹਨਾਂ ਨੇ ਬੈਕ ਨਰਸਿੰਗ ਕੀਤੀ ਹੋਈ ਹੈ, ਇੱਥੇ ਵਰਕ ਪਰਮਿਟ ਤੇ ਆਏ ਸੀ। ਹੈਲਥ 'ਚ ਤੁਸੀਂ ਕਿਹਾ ਜੀ ਐਪਲੀਕੇਸ਼ਨਸ ਲੱਗ ਸਕਦੀਆਂ, ਕੀ ਕੋਈ ਚਾਂਸਸ ਹੈ? ਬਿਲਕੁਲ ਜੀ, ਹੈਲਥ ਦੇ ਵਿੱਚ ਤੁਹਾਡੇ ਚਾਂਸਸ ਹੈਗੇ ਨੇ। ਆਈ ਡੋਂਟ ਨੋ ਕਿ ਤੁਹਾਡਾ ਜਿਹੜਾ ਵੀਜ਼ਾ ਹੈਗਾ ਉਹ ਕਿਸ ਨੌਕ ਕੋਡ ਦਾ ਹੈਗਾ ਹੈ। ਤੁਸੀਂ ਸਾਨੂੰ ਆਫਿਸ ਦੇ ਵਿੱਚ ਕਾਲ ਕਰਕੇ ਆਪਣਾ ਕੇਸ 1-on-1 ਡਿਸਕਸ ਕਰ ਸਕਦੇ ਹੋ, ਜਾਂ ਜਿਹੜੇ ਕੰਸਲਟੈਂਟ ਦੇ ਰਾਹੀਂ ਤੁਸੀਂ ਆਪਣੇ ਕੇਸਿਸ ਪ੍ਰੋਸੈਸ ਕਰਾਏ ਵਰਕ ਪਰਮਿਟ ਵਗੈਰਾ ਦੇ, ਤੁਸੀਂ ਉਹਨਾਂ ਨਾਲ ਬੈਠ ਕੇ ਜਾਂ ਲਾਇਰ ਦੇ ਨਾਲ ਬੈਠ ਕੇ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਤੁਸੀਂ ਉਸ ਕੈਟੇਗਰੀ ਦੇ ਵਿੱਚ ਫਾਲ ਕਰਦੇ ਹੋ ਜਾਂ ਨਹੀਂ ਕਰਦੇ। ਬਿਕੋਜ਼ ਉਸ ਕੈਟੇਗਰੀ ਦੇ ਵਿੱਚ ਹਲੇ ਵੀ ਕਾਫੀ ਸਾਰੇ ਓਪਰਚੁਨਿਟੀਜ਼ ਹੈਗੀਆਂ, ਕਾਫੀ ਸਾਰੇ ਆਕੂਪੇਸ਼ਨਸ ਹੈਗੇ ਨੇ ਜਿਹੜੇ ਕੁਆਲੀਫਾਈ ਕਰਦੇ ਨੇ। ਸੋ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਤੁਸੀਂ ਉਹਦੇ ਵਿੱਚ ਜਾ ਸਕਦੇ ਹੋ। ਨੈਕਸਟ ਸੀ ਸਾਨੂੰ ਫਾਰਮ ਵਰਕਰ ਨੇ ਕਾਲ ਕੀਤੀ ਸੀ ਜਿਨ੍ਹਾਂ ਨੇ ਸੁਪਰਵਾਈਜ਼ਰ 'ਚ ਆਪਣਾ ਜਿਹੜਾ ਵੀਜ਼ਾ ਚੇਂਜ ਕਰਵਾ ਲਿਆ ਸੀ, ਉਸ ਤੋਂ ਬਾਅਦ ਆਪਣੀ ਜੌਬ ਅਜੇ ਵੀ ਫਾਈਲ ਲਗਾ ਸਕਦੇ ਨੇ ਐਸੈਂਸ਼ੀਅਲ ਵਰਕਰ ਦੀ ਉਹਦੇ 'ਚ ਲਿਸਟ 'ਚ? ਤਰਨ ਜੀ, ਪਾਇਲਟ ਪ੍ਰੋਜੈਕਟ ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਐਂਡ ਬਟ ਉਹਦੇ ਵਿੱਚ ਇੱਕ ਕੋਟਾ ਐਡ ਕਰ ਦਿੱਤਾ ਗਿਆ। ਸੋ 200 ਐਪਲੀਕੇਸ਼ਨ ਦਾ ਕੋਟਾ ਹੈ ਫਾਰਮ ਲੇਬਰ ਦੇ ਤੌਰ ਤੇ। ਸੋ ਫਾਰਮ ਸੁਪਰਵਾਈਜ਼ਰ ਦੇ ਤੌਰ ਤੇ 50 ਐਪਲੀਕੇਸ਼ਨ ਦਾ ਮੇਰੇ ਖਿਆਲ ਕੋਟਾ ਹੈਗਾ ਆ। ਸੋ ਜੇ ਉਹ ਐਪਲੀਕੇਸ਼ਨ ਹੁਣ ਬੇਸਿਕਲੀ ਜਨਵਰੀ ਦੇ ਵਿੱਚ ਤੁਹਾਡੀ ਜਾ ਸਕਣਗੀਆਂ, ਬਟ ਮਾਰਚ ਦੇ ਵਿੱਚ ਤਾਂ ਵੈਸੇ ਹੀ ਤੁਹਾਡਾ 1 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਰਿਹਾ ਹੈਗਾ, ਤੇ ਤੁਸੀਂ ਵੈਸੇ ਹੀ ਕੁਆਲੀਫਾਈ ਕਰ ਜਾਓਗੇ CC ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਪੁੱਟ ਅਪ ਕਰਨ ਵਾਸਤੇ। ਬਟ ਬੀ ਪ੍ਰੀਪੇਅਰਡ ਕਿ ਹੋ ਸਕਦਾ ਤੁਹਾਡੀ ਜਨਵਰੀ ਦੇ ਵਿੱਚ ਐਪਲੀਕੇਸ਼ਨ ਜਾ ਸਕੇ ਐਂਡ ਉਹਦੇ ਵਾਸਤੇ ਤਿਆਰੀਆਂ ਕਰ ਸਕਦੇ। ਜੀ ਬਿਲਕੁਲ ਜੀ, ਕਾਲਰ ਨਾਲ ਦੇ ਨਾਲ ਜੁੜ ਗਏ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਉਹ ਮਤਲਬ ਜਿਹੜੀ ਲੋਟਰੀ ਸਿਸਟਮ ਸੀ ਹਨਾ, ਅਸੀਂ 2-3 ਵਾਰੀ ਪਾੜੇ, ਉਹ ਨਹੀਂ ਨਿਕਲੀ। ਹੁਣ ਉਸ ਦੇ ਬਾਰੇ ਅੱਗੇ ਕੀ ਪ੍ਰੋਸੀਜਰ ਹੈ, ਲਿਖਾਂਗੇ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਠੀਕ ਹੈ ਜੀ। ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਉਹ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਅਸੀਂ ਕੈਨੇਡਾ ਤੋਂ ਬੋਲਦੇ ਹਾਂ, ਹਾਂਜੀ ਐਡਮਿੰਟਨ ਤੋਂ। ਹਾਂਜੀ, ਅਸੀਂ ਨਾ 19 ਚ ਫਾਈਲ ਲਾਈ ਸੀਗੀ। ਕਿਸ ਚੀਜ਼ ਦੀ? ਪੇਰੈਂਟਸ ਫਾਈਲ ਲਾਈ ਸੀ ਮੇਰੀ ਬੇਟੀ ਨੇ। ਠੀਕ ਹੈ ਜੀ। ਹਾਂਜੀ,
ਹਾਂਜੀ 19 ਚ ਲਾਈ ਸੀਗੀ। ਫਿਰ ਉਦੋਂ ਉਹਨਾਂ ਨੇ ਇਨਕਮ ਬਾਰੇ ਇੱਕ ਵਾਰ ਪੁੱਛਿਆ, ਫਿਰ ਹੁਣ ਉਹਨਾਂ ਨੇ 20 ਮਈ ਨੂੰ ਪੁੱਛਿਆ, 10 ਮਈ ਨੂੰ ਪੁੱਛਿਆ ਸੀਗਾ ਜੀ ਹੁਣੇ 5 ਮਹੀਨੇ ਹੋ ਗਏ। ਜੀ ਤੇ ਫਿਰ ਉਹ ਕਾਉਂਸਲਿੰਗ ਕਰੀ ਸੀ ਬੇਟੀ ਨੇ, ਤੇ ਫਿਰ ਉਹਨਾਂ ਨੇ ਸਾਰਾ ਕੁਝ ਕਲੀਅਰ ਕਰਕੇ ਕਹਿੰਦੇ ਸੀ ਵੀ ਸਾਰੀ ਚੀਜ਼ਾਂ ਵਧੀਆ ਨੇ, ਠੀਕ ਨੇ ਸਾਰੀਆਂ ਚੀਜ਼ਾਂ। ਜੀ ਤੇ ਫਿਰ ਹੁਣ ਸਾਡਾ ਹਾਲੇ ਕੁਝ ਨਹੀਂ ਪਤਾ ਆਇਆ ਬੇਟੇ। ਫਿਰ ਹੁਣ ਅਸੀਂ ਵੀ ਪਤਾ ਕਰੀਏ ਜਾਂ ਕੁਝ ਅਸੀਂ ਰੁਕੀਏ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਤੁਸੀਂ ਕਾਲ ਕੀਤੀ ਜੀ। ਠੀਕ ਹੈ ਪੁੱਤ। ਪੇਰੈਂਟ ਸਪਾਂਸਰਸ਼ਿਪ ਨੂੰ ਲੈ ਕੇ ਇਹ ਵੀ ਕਾਲ ਆਈ ਸੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਕਾਲਰ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਮੈਮ, ਮਨਜੀਤ ਸਿੰਘ ਗੱਲ ਕਰ ਰਿਹਾ ਸੀਗਾ ਸਸਕੈਚੁਅਨ ਰਜਾਈਨਾ ਤੋਂ। ਹਾਂਜੀ ਮੈਡਮ ਮੈਂ ਲਾਈਵ ਡਿਊਟੀ ਕਲੀਨਰ ਦੇ ਵਰਕ ਪਰਮਿਟ ਤੇ ਆ, ਕਿ ਮੈਨੂੰ 3 ਮਹੀਨੇ ਹੋ ਗਏ ਵਰਕ ਕਰਦੇ ਨੂੰ ਇੱਥੇ। ਤੇ ਮੈਂ ਸਰ ਨੂੰ ਪੁੱਛਣਾ ਸੀਗਾ, ਮੈਂ 6 ਮਹੀਨੇ ਬਾਅਦ ਇੱਥੇ SINP ਦੀ ਐਲੀਜੀਬਲ ਹੈ? ਮੇਰੇ ਕੋਲ ਬੈਂਡ ਵੀ ਹੈਗੇ 4.5। ਜੀ ਸਰ ਕੁਝ ਪੁੱਛਣਾ ਹੈ? ਠੀਕ ਹੈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਤੁਸੀਂ ਕਾਲ ਕੀਤੀ ਆ ਜੀ। ਨੈਕਸਟ ਕਾਲਰ ਆ ਗਏ ਨੇ, ਆਪਾਂ ਕੁਝ ਸਮੇਂ ਲਈ ਕਾਲਸ ਵੀ ਹੋਲਡ ਕਰ ਦੀਆਂ, ਆਪਣੇ ਕੋਲ ਕਾਫੀ ਕੁਐਸਚਨਸ ਹੋ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂ ਸਤਿ ਸ਼੍ਰੀ ਅਕਾਲ ਜੀ, ਮੈਂ ਇਕਬਾਲ ਸਿੰਘ ਬੋਲਦਾ। ਸ਼ਾਇਦ ਇਹ ਮੇਰਾ ਸਵਾਲ ਤੁਹਾਡੇ ਨਾਲ ਤਲਕ ਨਾ ਰੱਖਦਾ ਹੋ, ਲੇਕਿਨ ਤੁਹਾਨੂੰ ਜਾਣਕਾਰੀ ਲਾਜ਼ਮੀ ਹੋਊਗੀ। ਜਿਹੜੇ ਪੈਨਸ਼ਨਰ ਇੱਥੋਂ ਗਏ ਹੋਏ ਆ, ਪੈਨਸ਼ਨ ਲੈਂਦੇ ਆ, ਉਹ 180 ਦਿਨਾਂ ਬਾਅਦ ਉਹਨਾਂ ਦੀ ਪੈਨਸ਼ਨ ਰੁਕ ਜਾਂਦੀ। ਕੀ ਜਿਹੜੇ ਲੋਕ ਉੱਥੇ ਰੁਕੇ ਆ COVID-19 ਦੀ ਵਜ੍ਹਾ ਨਾਲ, ਉਹਨਾਂ ਦੀ ਪੈਨਸ਼ਨ ਰੁਕ ਜਾਊ 180 ਬਾਅਦ, ਜਾਂ ਸਰਕਾਰ ਦਿੰਦੀ ਹੋ? ਇਹਦੇ ਬਾਰੇ ਦੱਸੋ ਸਰ। ਕੋਸ਼ਿਸ਼ ਕਰ ਰਹੇ ਹਾਂ, ਅੱਜ ਇਮੀਗ੍ਰੇਸ਼ਨ ਦੇ ਬਾਰੇ ਗੱਲ ਕਰ ਰਹੇ ਹਾਂ। ਜੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੀ ਤਾਂ ਤੁਹਾਨੂੰ ਪ੍ਰੋਗਰਾਮ 'ਚ ਜ਼ਰੂਰ ਦੇਵਾਂਗੇ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਮੈਨੂੰ ਲਤਾ ਜੀ ਨੂੰ ਪੁੱਛਣਾ ਹੈ। ਹਾਂਜੀ। ਤੇ 2019 ਚ ਸਾਡੇ ਬੱਚਿਆਂ ਨੇ ਫਾਈਲ ਲਾਈ। ਹਾਂਜੀ। ਅਕਤੂਬਰ 2020 ਦੇ ਵਿੱਚ ਉਹ ਬੇਟੀ ਦੇ ਉਹਨਾਂ ਨੇ ਇਨਕਮ ਸਰਟੀਫਿਕੇਟ, ਇਨਕਮ ਦੇ ਜਿਹੜੇ ਡਾਕੂਮੈਂਟ ਦੁਬਾਰਾ ਮੰਗੇ, ਉਹ ਵੀ ਅਸੀਂ ਭੇਜ ਦਿੱਤੇ। ਉਸ ਤੋਂ ਬਾਅਦ ਸਾਨੂੰ ਕੋਈ ਇਨਫੋਰਮੇਸ਼ਨ ਅਪਡੇਟ ਕੋਈ ਨਹੀਂ ਆਈ। ਫਿਰ ਅਸੀਂ ਹੁਣ ਆਪਣੇ ਮੇਲ ਭੇਜੀ ਸੀ। ਮੇਲ ਦੇ ਵਿੱਚ ਇਹ ਜਵਾਬ ਆਇਆ ਵੀ ਅਸੀਂ ਕੰਮ ਜਿਹੜਾ ਉਹਨਾਂ ਦੇ ਅਫਗਾਨਿਸਤਾਨ ਵਾਲਿਆਂ ਦਾ ਕਰ ਰਹੇ ਹਾਂ, ਇਸ ਕਰਕੇ ਤੁਹਾਡਾ ਜੇ ਕੰਮ ਡਿਲੇ ਹੈ। ਤੇ ਕਿੰਨਾ ਕੁ ਟਾਈਮ ਲੱਗੂਗਾ ਭਲਾ ਦੱਸਾ ਸਾਹਿਬ ਜੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਤੁਸੀਂ ਕਾਲ ਕੀਤੀ ਆ ਜੀ। ਪੇਰੈਂਟਸ ਨੂੰ ਲੈ ਕੇ ਸਰ ਇੱਕ ਵਾਰੀ ਆਪਾਂ ਹੁਣ ਸਾਰਿਆਂ ਦੇ ਆਨਸਰ ਦੇ ਦੇਵਾਂਗੇ। ਪਹਿਲਾਂ ਪੈਰੈਂਟਲ ਸਪਾਂਸਰਸ਼ਿਪ ਨੂੰ ਲੈ ਕੇ ਆਏ ਸੀ ਕਿ ਕੁਆਲੀਫਾਈ ਜਿਹੜੇ ਨਹੀਂ ਕਰਦੇ ਹੈਗੇ, ਇਨਕਮ ਐਡਜਸਟ ਕਰਨ ਦੀ ਗੱਲ ਕਰਦੇ ਨੇ, ਵੀ ਐਵੇਂ ਦਿਆਂ ਬਾਰੇ ਸਰਕਾਰ ਕੁਝ ਕਰਦੀ ਕਿਉਂ ਨਹੀਂ? ਜੇ ਫੀਡਬੈਕ ਦੇਣਾ ਹੋਵੇ ਤਾਂ ਕਿੱਥੇ ਦੇ ਸਕਦੇ? ਬਿਲਕੁਲ ਠੀਕ ਕਹਿ ਰਹੇ ਹੋ ਜੀ। ਮੈਂ ਤਾਂ ਹਰ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਗੱਲ ਕਰਦਾ ਆਇਆ, ਤੇ ਆਈ ਥਿੰਕ ਵੀ ਵਰ ਦਾ ਫਸਟ ਵਨਸ ਕਿ ਜਦੋਂ ਆ ਕੇ ਗੱਲ ਕੀਤੀ ਕਿ ਇੰਨੇ ਕਾਲਾਂ, ਇੰਨਾ ਕੁਝ ਚੱਲ ਰਿਹਾ ਕਿ ਮੇਰੀ ਇਨਕਮ ਕਿਸ ਤਰ੍ਹਾਂ ਵੱਧ ਸਕਦੀ ਹੈ। ਸੋ ਇਹ ਤੇ ਜਿਹਨਾਂ ਦੇ ਕੁਆਲੀਫਾਈ ਕਰਦੇ ਸੀਗੇ, ਜਿਹੜੇ ਸਹੀ ਮੈਨ 'ਚ ਵੀ ਹੱਕਦਾਰ ਸੀਗੇ, ਉਹਨਾਂ ਦਾ ਚਾਂਸ ਕੱਟ ਗਿਆ, ਤੇ ਜਿਨ੍ਹਾਂ ਦਾ ਨਹੀਂ ਸੀਗੇ ਉਹਨਾਂ ਨੂੰ ਚਾਂਸ ਮਿਲ ਗਿਆ। ਐਬਸੋਲੂਟਲੀ ਵੀ ਤੁਸੀਂ ਇੱਥੇ ਆਵਾਜ਼ ਉਠਾ ਸਕਦੇ ਹੋ। ਮੈਂ ਇਸੇ ਵਾਸਤੇ ਕਹਿੰਦਾ ਕਿ ਗਵਰਨਮੈਂਟ ਨੂੰ ਆ ਪ੍ਰੋਗਰਾਮ ਚੇਂਜ ਕਰਨਾ ਪਏਗਾ ਥੋੜ੍ਹਾ ਜਿਹਾ, ਤਾਂ ਕਿ ਫਸਟ ਇੰਸਟੈਂਸ ਦੇ ਵਿੱਚ ਜਦੋਂ ਐਕਸਪ੍ਰੈਸ਼ਨ ਆਫ ਇੰਟਰਸਟ ਲੱਗਦਾ ਤਾਂ ਹੀ ਨੋਟਿਸ ਆਫ ਅਸੈਸਮੈਂਟ ਲੱਗ ਜਾਣ, ਤਾਂ ਕਿ ਕੋਈ ਉਹੀ ਐਪਲੀਕੇਸ਼ਨ ਲਗਾ ਸਕਣ ਜਿਹੜੇ ਮੀਟ ਕਰ ਰਹੇ ਨੇ ਰਿਕੁਆਇਰਮੈਂਟਸ। ਤੇ ਦੂਸਰਾ ਕੀ ਹੈ, ਤੁਸੀਂ ਕਿ ਆਵਾਜ਼ ਕਿਸ ਤਰ੍ਹਾਂ ਉਠਾ ਸਕਦੇ ਜੀ? ਆਪਣੇ ਮੈਂਬਰ ਪਾਰਲੀਮੈਂਟ ਨਾਲ ਤੁਸੀਂ ਜਾ ਕੇ ਡਿਸਕਸ ਕਰ ਸਕਦੇ ਹੋ, ਐਂਡ ਉਹਨਾਂ ਦੇ ਕੋਲ, ਉਹਨਾਂ ਦੇ ਕੰਨ ਦੇ ਵਿੱਚ ਆ ਚੀਜ਼ਾਂ ਪਾ ਸਕਦੇ ਹੋ ਕਿ ਵੀ ਸ਼ੁੱਡ ਬੀ ਗਵਰਨਮੈਂਟ ਸ਼ੁੱਡ ਬੀ ਮੋਰ ਕੰਸੀਡਰੇਟ ਟੁਵਰਡਸ ਦੋਜ਼ ਪੀਪਲ ਜਿਹੜੇ ਰਿਕੁਆਇਰਮੈਂਟਸ ਮੀਟ ਕਰਦੇ ਪਏ ਨੇ। ਸੋ ਐਬਸੋਲੂਟਲੀ ਆਪਣੇ ਮੈਂਬਰ ਪਾਰਲੀਮੈਂਟ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ। ਬ੍ਰਾਂਪਟਨ ਤੋਂ ਆਇਆ ਸੀ ਫੋਨ, ਕਹਿ ਰਹੇ ਸੀਗੇ ਕਿ ਇੰਡੀਆ 'ਚ ਉਹਨਾਂ ਦੇ ਫਰੈਂਡ ਨੇ, CRS ਲੈਵਲ ਉਹਨਾਂ ਦਾ 351 ਸਕੋਰ ਬਣ ਰਿਹਾ। ਉਹਨਾਂ ਦੇ ਹਸਬੈਂਡ ਲਾਇਰ ਨੇ ਤੇ ਵਾਈਫ ਖੁਦ ਇੰਜੀਨੀਅਰ ਨੇ, ਤੇ ਮਾਸਟਰਸ ਉਹਨਾਂ ਨੇ ਕੀਤੀ ਹੋਈ ਇੰਜੀਨੀਅਰਿੰਗ ਦੇ ਵਿੱਚ। ਤੇ ਕੋਈ ਚਾਂਸ ਹੈ ਜਾਂ ਕਿਸੇ PNP ਦੇ ਜ਼ਰੀਏ? ਤਰਨ ਜੀ, 350 ਸਕੋਰ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਆਈ ਡੋਂਟ ਸੀ ਇਟ ਗੈਟਿੰਗ ਪਿਕਡ ਅਪ ਸਟ੍ਰੇਟ ਅਵੇ। ਐਂਡ PNPs ਦੇ ਵਿੱਚ ਵੀ ਜੇ ਸੈਸਕੈਚੁਅਨ ਦੀ ਗੱਲ ਕਰ ਲਈਏ, ਪ੍ਰਿੰਸ ਐਡਵਰਡ ਦੀ ਗੱਲ ਕਰ ਲਈਏ, ਤੇ ਆਈ ਡੋਂਟ ਸੀ ਐਸ ਸਕੋਰ ਦੇ ਵਿੱਚ ਐਪਲੀਕੇਸ਼ਨ ਪਿਕ ਹੋਣ ਦੇ ਚਾਂਸਸ ਹੈਗੇ। ਈਵਨ ਓਨਟਾਰੀਓ ਦਾ ਜਿਹੜਾ PNPs ਡਰਾ ਗਏ, ਉਹ 455 ਤੋਂ ਥੱਲੇ ਅਸੀਂ ਜਾਂਦੇ ਨਹੀਂ ਦੇਖੇ। ਈਵਨ ਟ੍ਰੇਡਸ ਦਾ ਡਰਾ ਵੀ 427 437 ਤੱਕ ਚਲਾ ਗਿਆ ਹੈਗਾ। ਸੋ ਆਈ ਡੋਂਟ ਸੀ ਇਟ ਗੈਟਿੰਗ ਪਿਕਡ ਅਪ ਜੀ। ਦੈਟ ਇਜ਼ ਅ ਰੀਅਲਿਸਟਿਕ ਪਿਕਚਰ। ਬਟ ਉਹਨਾਂ ਵਾਸਤੇ ਓਪਰਚੁਨਿਟੀਜ਼ ਕੀ ਹੈਗੀਆਂ, ਉਹਨਾਂ ਵਾਸਤੇ ਜੌਬ ਆਫਰ ਕੈਨ ਰੀਅਲੀ ਵਰਕ ਮੈਜਿਕਸ ਫॉर them, ਐਂਡ ਉਸ ਤੋਂ ਬਾਅਦ PNP ਵਾਸਤੇ ਓਪਰਚੁਨਿਟੀਜ਼ ਵਰਕ ਕਰ ਸਕਦੀਆਂ ਹੈਗੀਆਂ। ਸੋ ਉਸ ਚੀਜ਼ ਦੇ ਉੱਤੇ ਕੰਮ ਕਰ ਸਕਦੇ ਹੋ। ਦੂਸਰੀ ਚੀਜ਼ ਹੈਗੀ ਹੈ, ਈਵਨ ਸਟੱਡੀ ਪਰਮਿਟ, ਜੇ ਉਹ ਸੋਚਦੇ ਇੱਕ ਸਪਾਊਸ ਆ ਕੇ ਪੜ੍ਹਾਈ ਕਰ ਲਵੇ, ਤੇ ਦੂਸਰਾ ਇੱਥੇ ਡਿਪੈਂਡੈਂਟ ਵੀਜ਼ਾ 'ਤੇ ਆ ਕੇ, ਸੋ ਦੈਟ ਆਪਸ਼ਨ ਕੈਨ ਆਲਸੋ ਵਰਕ ਇਨ देयर ਫੇਵਰ। ਬਟ ਕੰਡਿਊਸਿਵ ਕੀ ਹੋਏਗਾ, ਉਹਨਾਂ ਦੇ ਗੈਪ ਕਿੰਨਾ ਜ਼ਿਆਦਾ ਹੈ, ਉਹਨਾਂ ਦੀ ਏਜ ਕਿੰਨੀ ਹੈਗੀ ਹੈ, ਉਹ ਸਾਰੀ ਚੀਜ਼ਾਂ ਤੁਹਾਨੂੰ 1-on-1 ਕਿਸੇ ਕੰਸਲਟੈਂਟ ਲਾਇਰ ਨਾਲ ਡਿਸਕਸ ਕਰਨੀ ਪੈਣਗੀਆਂ, ਐਂਡ ਦੈਨ ਯੂ ਕੈਨ ਵਰਕ ਔਨ ਦੋਜ਼ ਥਿੰਗਸ।
ਇਟ ਮੇ ਵਰਕ ਫॉर them, ਇਟ ਮੇ ਨਾਟ ਵਰਕ ਫॉर them। ਬਿਲਕੁਲ। ਅਗਲਾ ਮੈਮ ਦੀ ਕਾਲ ਆਈ ਸੀ ਕਿ ਜਿਨ੍ਹਾਂ ਨੇ ਲੋਟਰੀ ਦੇ ਵਿੱਚ ਬਾਰ-ਬਾਰ ਟਰਾਈ ਕੀਤਾ, ਅਨਫੋਰਚੂਨੇਟਲੀ ਉਹਨਾਂ ਦਾ ਨੰਬਰ ਨਹੀਂ ਆਇਆ ਹੈਗਾ, ਕੀ ਕੋਈ ਹੋਰ ਪ੍ਰੋਸੈਸ ਹੋ ਸਕਦਾ ਜਿਹਦੇ ਜ਼ਰੀਏ ਉਹ ਇੱਥੇ ਪੱਕੇ ਹੋ ਸਕਦੇ ਨੇ? ਸਟੇਟ ਪ੍ਰੋਸੈਸ ਕੋਈ ਨਹੀਂ ਜੀ, ਤੇ ਹਿਊਮਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ ਤੇ ਐਪਲੀਕੇਸ਼ਨ ਲੱਗ ਸਕਦੀ ਹੈ ਐਂਡ ਪਿਕ ਹੋਣ ਦੇ ਚਾਂਸਸ ਵੀ ਹੋ ਸਕਦੇ ਨੇ। ਸੋ ਬਟ ਅਗੇਨ ਇਟਸ ਅ ਮੇਬੀ ਥਿੰਗ ਐਂਡ ਉਹਦੇ ਵਿੱਚ ਚਾਂਸਸ ਆ ਨਾ ਸੋਚ ਕੇ ਚੱਲੋ ਜੀ ਮੈਂ ਐਪਲੀਕੇਸ਼ਨ ਲਾਤੀ ਤੇ 100% ਪਿਕ ਹੋ ਜਾਏਗੀ, ਚਾਂਸਸ ਆ ਸੋਚ ਕੇ ਚੱਲੋ ਕਿ ਮੇਰੇ ਕੋਲ 50-50 ਚਾਂਸਸ ਹੈਗੇ ਨੇ। ਸੋ ਉਹ ਐਪਲੀਕੇਸ਼ਨ ਵੀ ਤੁਸੀਂ ਪੁੱਟ ਅਪ ਕਰ ਸਕਦੇ ਹੋ ਐਂਡ ਇਨ ਦਾ ਮੀਨ ਟਾਈਮ ਇਸ ਚੀਜ਼ ਦੇ ਉੱਤੇ ਟਰਾਈ ਕਰਦੇ ਰਹੋ ਜੀ। ਉਸ ਤੋਂ ਬਾਅਦ ਕੈਨੇਡਾ ਤੋਂ ਹੀ ਕਾਲ ਆਈ ਸੀ ਕਿ ਉਹਨਾਂ ਨੇ 2019 ਦੇ ਵਿੱਚ ਉਹਨਾਂ ਦੀ ਬੇਟੀ ਨੇ ਫਾਈਲ ਲਗਾਈ ਸੀ ਪੇਰੈਂਟਸ ਦੀ, ਤੇ ਇਨਕਮ ਦੇ ਬਾਰੇ ਵਿੱਚ ਕੁਝ ਸਵਾਲ ਹੋਏ ਸੀ। 10 ਮਈ ਨੂੰ ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆਈ ਹੈ। ਦੇਖੋ ਜੀ, ਪਿਛਲਾ 1 ਸਾਲ 1.5 ਸਾਲ ਤੇ ਤੁਸੀਂ ਆ ਸੋਚੋ ਕਿ ਕੋਈ ਕੰਮ ਨਹੀਂ ਹੋਇਆ ਕਿਸੇ ਵੀ ਫਾਈਲ ਤੇ, ਬਿਕੋਜ਼ ਐਵਰੀਥਿੰਗ ਵਾਸ ਸਟਕ। ਸਿਰਫ ਜਿਹੜੀ ਡਿਜੀਟਲਾਈਜ਼ਡ ਫਾਈਲ ਸੀਗੀਆਂ ਜਿਹੜੀਆਂ ਰਿਮੋਟਲੀ ਐਕਸੈਸ ਕੀਤੀਆਂ ਜਾ ਸਕਦੀਆਂ, ਸਿਰਫ ਉਹਨਾਂ ਤੇ ਕੰਮ ਹੋਇਆ ਹੈਗਾ। ਸੋ ਹੁਣ ਐਬਸੋਲੂਟਲੀ ਥਿੰਗਸ ਆਰ ਕਮਿੰਗ ਬੈਕ ਟੂ ਨਾਰਮਲ, ਹਾਲਾਤ ਸੁਧਰਨੇ ਸ਼ੁਰੂ ਹੋ ਗਏ ਨੇ। ਪੈਂਡੈਮਿਕ ਇਜ਼ ਆਲਮੋਸਟ ਵੀ ਸੀ ਕਿ ਅਸੀਂ ਉਹਨਾਂ ਨੂੰ ਉਹਦੇ ਨਾਲ ਵੀ ਹੈਵ ਸਟਾਰਟਡ ਲਿਵਿੰਗ ਵਿਦ ਪੈਂਡੈਮਿਕ ਐਂਡ ਆਪਣੇ ਆਪ ਨੂੰ ਸੁਧਾਰ ਲਿਆ ਹੈਗਾ, ਆਪਣੀ ਪ੍ਰੀਕਾਸ਼ਨਸ ਲੈ ਕੇ, ਆਪਣੀ ਵੈਕਸੀਨਸ ਲੈ ਕੇ। ਸੋ ਹੋਪਫੁਲੀ ਆਉਣ ਵਾਲੇ ਕੁਛ ਇੱਕ ਹਫ਼ਤਿਆਂ ਦੇ ਵਿੱਚ ਦੇ ਮਾਈਟ ਸੀ ਸਮਥਿੰਗ ਹੈਪਨਿੰਗ ਐਂਡ ਸਪੈਸ਼ਲੀ ਵਿਦ ਦ ਨਿਊ ਗਵਰਨਮੈਂਟ ਕਿਕਿੰਗ ਇਨ, new immigration minister taking the charge, I think things will start moving. ਮਨਜੀਤ ਜੀ ਦੀ ਕਾਲ ਆਈ ਸੀ ਰਜਾਇਨਾ ਤੋਂ, ਜਿਨ੍ਹਾਂ ਨੇ ਕਲੀਨਰ ਦੀ ਜੌਬ ਕਰ ਰਹੇ ਨੇ ਤੇ ਵਰਕ ਪਰਮਿਟ ਉਹਨਾਂ ਕੋਲ ਇਹਦਾ, ਤੇ ਉਹ ਪੁੱਛ ਰਹੇ ਨੇ 3 ਮਹੀਨੇ ਦਾ ਐਕਸਪੀਰੀਅੰਸ ਆ, 4.5 ਬੈਂਡਸ ਵੀ ਹੈਗੇ ਨੇ। ANIP ਸ਼ਾਇਦ ਆਪਸ਼ਨ ਪੁੱਛ ਰਹੇ ਸੀ। SANP ਦੇ ਵਿੱਚ SNIP ਹਾਂਜੀ, SNIP ਦੇ ਵਿੱਚ ਤੁਹਾਡੇ EMPLOYER ਡਰਿਵਨ ਪ੍ਰੋਗਰਾਮਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਪਿਕ ਹੋ ਸਕਦੀ ਹੈ, ਤੁਸੀਂ ਉਹ ਐਪਲੀਕੇਸ਼ਨ ਦੇ ਉੱਤੇ ਵਰਕ ਕਰ ਸਕਦੇ ਜੀ। ਇਕਬਾਲ ਜੀ ਦੀ ਕਾਲ ਆਈ ਸੀ ਪੈਨਸ਼ਨ ਦੇ ਬਾਰੇ ਚ ਕੋਈ ਆਪਾਂ ਜਾਣਕਾਰੀ ਦੇ ਸਕਦੇ ਹਾਂ? ਪੈਨਸ਼ਨ ਦੇ ਬਾਰੇ ਮੈਂ ਕੋਈ ਨੌਲੇਜ ਨਹੀਂ ਦੇ ਸਕਦਾ ਜੀ, ਕੋਈ ਜਾਣਕਾਰੀ ਨਹੀਂ ਦੇ ਸਕਦਾ, ਬਿਕੋਜ਼ ਇਮੀਗ੍ਰੇਸ਼ਨ ਦੇ ਉੱਤੇ ਹੀ ਮੇਰਾ ਫੋਕਸ ਜੀ। 2019 ਸਰ ਦੀ ਕਾਲ ਆਈ ਸੀ ਕਿ 2019 ਚ ਬੱਚਿਆਂ ਨੇ ਫਾਈਲ ਲਗਾਈ ਸੀ, ਅਕਤੂਬਰ 2020 ਦੇ ਵਿੱਚ ਇਨਕਮ ਦੇ ਬਾਰੇ ਵਿੱਚ ਡਾਕੂਮੈਂਟਸ ਮੰਗੇ ਗਏ ਸੀ ਜੋ ਕਿ ਉਹਨਾਂ ਨੂੰ ਦਿੱਤੇ ਗਏ। ਮੇਲ ਕੀਤਾ ਗਿਆ ਜਦੋਂ ਕੁਐਸਚਨ ਤਾਂ ਉਹਨਾਂ ਨੂੰ ਇਹ ਆਨਸਰ ਆਇਆ ਕਿ ਅਫਗਾਨਿਸਤਾਨ ਦੇ ਮਾਮਲਿਆਂ 'ਚ ਜੋ ਕੰਮ ਕਰ ਰਹੇ ਨੇ ਤਾਂ ਕਰਕੇ ਪ੍ਰੋਸੈਸ ਡਿਲੇ ਆ। ਕਿੰਨਾ ਸਮਾਂ ਲੱਗਦਾ? ਓਕੇ ਤਰਨ, ਆ ਸਿਮਿਲਰ ਕੁਐਸਚਨ ਹੈਗਾ, ਆਪਾਂ ਪਹਿਲੇ ਆਨਸਰ ਦੇ ਚੁੱਕੇ ਹੈਗੇ ਜੀ। ਜਦੋਂ ਵੀ ਤੁਸੀਂ ਪੈਰੈਂਟਲ ਐਪਲੀਕੇਸ਼ਨਸ ਪੁੱਟ ਅਪ ਕਰਦੇ ਹੈਗੇ ਹੋ, ਕਈ ਵਾਰੀ ਹੁੰਦਾ ਕੀ ਹੈ ਕਿ ਫੈਮਿਲੀ ਸਾਈਜ਼ ਹੁੰਦਾ, ਹਸਬੈਂਡ ਵਾਈਫ ਤੇ ਇੱਕ ਬੇਬੀ ਹੁੰਦਾ ਜਾਂ ਕੋਈ ਬੇਬੀ ਨਹੀਂ ਹੁੰਦਾ, ਐਂਡ ਇਵੈਂਚੁਅਲੀ ਡਿਊਰਿੰਗ ਦਾ ਪ੍ਰੋਸੈਸ ਆਫ ਦਾ ਐਪਲੀਕੇਸ਼ਨ ਬੇਬੀ ਐਡ ਹੋ ਜਾਂਦਾ। ਸੋ ਤੁਹਾਨੂੰ ਇਨਕਮ ਰਿਕੁਆਇਰਮੈਂਟਸ ਆਪਣੀਆਂ ਚੇਂਜ ਕਰਨੀਆਂ ਪੈਂਦੀਆਂ। ਸੋ ਉਸੇ ਨੂੰ ਲੈ ਕੇ ਕਈ ਵਾਰੀ ਆਫਿਸਰਸ ਦਾ ਕੰਸਰਨ ਆਉਂਦਾ ਹੈ, ਉਹ ਦੇਖਣਾ ਚਾਹੁੰਦੇ ਨੇ ਕਿ ਤੁਹਾਡੀ ਇਨਕਮ ਫੈਮਿਲੀ ਸਾਈਜ਼ ਦੇ ਐਡੀਸ਼ਨ ਦੇ ਨਾਲ ਚੇਂਜ ਹੋਈ ਜਾਂ ਨਹੀਂ ਹੋਈ। ਸੋ ਉਹ ਤੁਸੀਂ ਜੇ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਤੇ ਉਹ ਥੋੜਾ ਜਿਹਾ ਟਾਈਮ ਪ੍ਰੋਸੈਸ ਜ਼ਰੂਰ ਵੱਧ ਜਾਂਦਾ ਹੈਗਾ, ਬਟ ਇਵੈਂਚੁਅਲੀ ਯੂ ਕੁਆਲੀਫਾਈ। ਸੋ 2019 ਦੀ ਫਾਈਲਾਂ ਹੈਗੀਆਂ ਜੀ, ਜਸਟ ਵੇਟ ਐਂਡ ਵਾਚ ਐਂਡ ਹੋਪਫੁਲੀ ਯੂ ਸ਼ੁਡ ਹੀਅਰ ਸਮਥਿੰਗ ਬੈਕ ਵਿਦ ਅ ਨਿਊ ਮਿਨਿਸਟਰ ਟੇਕਿੰਗ ਚਾਰਜ। ਉਹਨਾਂ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ, ਜਿਹੜੇ ਇਸ ਵਕਤ ਲੱਕੀ ਵਾਂਸ ਨੇ ਜਿਨ੍ਹਾਂ ਦੇ ਪੇਰੈਂਟਸ ਐਪਲੀਕੇਸ਼ਨ ਦੇ ਵਿੱਚ ਨਾਮ ਆ ਚੁੱਕਿਆ ਵਾ, ਸਮਾਂ ਬਹੁਤ ਘੱਟ ਰਹਿ ਚੁੱਕਿਆ ਵਾ, ਹੁਣ ਜਿਹੜੀ ਫਾਈਲਸ ਤੁਸੀਂ ਆਪਦੇ ਪ੍ਰੋਸੈਸ ਲਗਾਉਣੇ ਸੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਿਲਕੁਲ ਤਰਨ ਜੀ, ਸੈਪਟੈਂਬਰ ਦੇ ਵਿੱਚ ਐਪਲੀਕੇਸ਼ਨਸ ਪਿਕ ਹੋਣੀਆਂ ਸ਼ੁਰੂ ਹੋਈਆਂ ਸੀਗੀਆਂ ਐਂਡ 4 ਅਕਤੂਬਰ ਤੱਕ ਐਪਲੀਕੇਸ਼ਨਸ ਤੇ ਇਨਵੀਟੇਸ਼ਨ ਆਏ ਹੈਗੇ ਨੇ। ਸੋ 30 ਆਰ ਇਨਵੀਟੇਸ਼ਨ ਦਿੱਤੇ ਗਏ ਨੇ ਜੀ। ਸੋ ਜਿਹੜੇ ਵੀ ਲੱਕੀ ਵਨਸ ਹੈਗੇ ਨੇ ਜਿਨ੍ਹਾਂ ਦੀ ਲੋਟੋ, ਵੈਸੇ ਸਹੀ ਮਾਇਨਿਆਂ ਦੇ ਵਿੱਚ ਲੋਟੋ ਹੈਗੀ ਹੈ, ਬਿਕੋਜ਼ 80,000 ਦੇ ਵਿੱਚ 30,000 ਐਪਲੀਕੇਸ਼ਨਾਂ ਪਿਕ ਹੋਈ ਹੈ। ਯੂ ਆਰ ਰੀਅਲੀ ਅ ਲੱਕੀ ਵਨ ਕਿ ਤੁਹਾਡੇ ਪੇਰੈਂਟਸ ਦੀ ਜਾਂ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨ ਪਿਕ ਹੋਈ। ਟਾਈਮ ਦੇ ਪੀਰੀਅਡ ਦੀ ਗੱਲ ਕਰੀਏ ਤਕਰੀਬਨ 4 ਹਫ਼ਤੇ ਨਿਕਲ ਗਏ ਨੇ ਤੇ ਟੋਟਲ ਤੁਹਾਡੇ ਕੋਲ 60 ਦਿਨ ਦਾ ਟਾਈਮ ਸੀਗਾ। ਸੋ 4 ਹਫ਼ਤੇ ਤੁਹਾਡੇ ਕੋਲ ਰਹਿ ਗਏ ਨੇ ਜਾਂ 3 ਤੋਂ 4 ਹਫ਼ਤੇ। ਸੋ ਬੀ ਫੋਕਸਡ ਕਿ ਜੇ ਤੁਹਾਡੀ ਐਪਲੀਕੇਸ਼ਨ ਤੁਸੀਂ ਪੁੱਟ ਅਪ ਕਰ ਲਈਏ ਗ੍ਰੇਟ, ਜੇ ਨਹੀਂ ਕੀਤੀ ਤਾਂ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਜ਼ਰੂਰ ਲਓ। ਐਂਡ ਜੇ ਤੁਸੀਂ ਆਪ ਸ਼ੋਰ ਨਹੀਂ ਹੈਗੇ ਐਪਲੀਕੇਸ਼ਨ ਪੁੱਟ ਅਪ ਕਰਨ ਵਾਸਤੇ ਤੇ ਹਾਇਰ ਅ ਕੰਸਲਟੈਂਟ, ਕਹਿੰਦੇ ਜਿਹਦਾ ਰੋਜ਼ ਦਾ ਕੰਮ ਹੋਵੇ ਉਹ ਬੈਟਰ ਹੀ ਹੁੰਦਾ, ਹੀ ਵਿਲ ਡੂ ਅ ਬੈਟਰ ਜੌਬ ਔਨ ਯੋਰ ਐਪਲੀਕੇਸ਼ਨ। ਮੈਂ ਬਹੁਤ ਸਾਰੇ IT ਵਾਲੇ ਦੋਸਤ ਮੇਰੇ ਹੈਗੇ ਨੇ, ਬਹੁਤ ਸਾਰੇ ਜਿਹੜੇ ਕਹਿੰਦੇ ਨੇ ਜੀ ਫਾਰਮਸ ਹੀ ਭਰਨੇ ਨੇ, ਭਰ ਲੈਂਦੇ ਹੋ ਜੀ। ਬਿਲਕੁਲ ਕਰ ਸਕਦੇ ਹੋ ਜੀ, ਬਟ ਜੇ ਅਸੀਂ IT ਦਾ ਕੋਈ ਆਪਣੇ ਆਫਿਸ ਦੇ ਵਿੱਚ ਇਸ਼ੂ ਲੈ ਕੇ ਆਪ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਪਤਾ ਕਿ ਸਾਡਾ ਆਫਿਸ 2 ਦਿਨ ਵਾਸਤੇ ਸਟਕ ਹੋ ਜਾਏਗਾ। ਸੋ ਇਨ ਕੇਸ ਜੇ ਤੁਹਾਡੀ ਇੱਕ ਗਲਤੀ ਹੁੰਦੀ ਹੈ, ਤੁਹਾਡੀ ਫਾਈਲ 6 ਤੋਂ 8 ਮਹੀਨੇ ਵਾਸਤੇ ਬਾਅਦ ਵਾਪਸ ਆਏਗੀ ਐਂਡ ਯੂ ਵਿਲ ਨੋ ਕਿ ਆਹ ਮੇਰੀ ਗਲਤੀ ਰਹਿ ਗਈ ਸੀਗੀ। ਸੋ ਜੇ ਤੁਸੀਂ ਉਹ ਰਿਸਕ ਲੈਣ ਵਾਸਤੇ ਤਿਆਰ ਹੈਗੇ ਹੋ ਤਾਂ ਐਬਸੋਲੂਟਲੀ ਡੂ ਇਟ ਯੋਰਸੈਲਫ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ ਔਰ ਲਾਇਰ। ਉਹ ਫੀਸ ਤਾਂ ਜ਼ਰੂਰ ਲਏਗਾ ਬਟ ਆਪਣੀ ਐਕਸਪਰਟੀਜ਼ ਦਾ, ਨੌਲੇਜ ਦਾ ਤੁਹਾਨੂੰ ਐਕਸਪੀਰੀਅੰਸ ਵੀ ਦੇ ਰਿਹਾ ਹੈਗਾ ਨਾਲ। ਸਰ ਅਖੀਰ ਕੋਈ ਜੌਬ ਅਪਰਚੁਨਿਟੀਜ਼ ਜਾਂ ਵੈਕੈਂਸੀ ਜਿਹੜੇ ਇਸ ਵਕਤ ਸਟੂਡੈਂਟਸ ਦੇਖੇ ਉਹਨਾਂ ਲਈ ਤੁਹਾਡੇ ਕੋਲ ਕੋਈ ਆਪਸ਼ਨ? ਤਰਨ ਜੀ, ਸਾਡੇ ਕੋਲ ਕਾਫੀ ਸਾਰੀ ਓਪਰਚੁਨਿਟੀਜ਼ ਮੌਜੂਦ ਹੈਗੀਆਂ। ਜਿਹੜੇ ਤੇ PR ਹੈਗੇ ਨੇ, ਸਿਟੀਜ਼ਨ ਹੈਗੇ ਨੇ ਐਂਡ ਕੰਸਟਰਕਸ਼ਨ ਦੀ ਜੌਬ ਲੈਣ ਵਾਸਤੇ ਤਿਆਰ ਹੈਗੇ ਨੇ, ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਜਾਣ ਵਾਸਤੇ ਤਿਆਰ ਹੈਗੇ ਨੇ, ਤੇ ਅਸੀਂ ICC ਇਮੀਗ੍ਰੇਸ਼ਨ ਨੇ ਟੀਮ ਅਪ ਕੀਤਾ ਹੈਗਾ ਕੁਝ ਇਹੋ ਜਿਹੀ ਬਾਡੀਜ਼ ਨਾਲ ਜਿਹੜੀ ਪੂਰੀ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਹੈਗੀਆਂ, ਇਨ ਕਲਾਸਰੂਮ ਟ੍ਰੇਨਿੰਗਸ ਦਿੰਦੀਆਂ, ਔਨ ਸਾਈਟ ਲੋਕੇਸ਼ਨਸ ਟ੍ਰੇਨਿੰਗ ਦਿੰਦੀਆਂ, ਇਵੈਂਚੁਅਲੀ ਜੌਬ ਦੇ ਵਿੱਚ ਵੀ ਤੁਹਾਨੂੰ ਹੈਲਪ ਕਰਦੀਆਂ।
ਤੁਸੀਂ ਜਿੱਥੇ ਟ੍ਰੇਨਿੰਗ ਲਓਗੇ ਉੱਥੇ ਹੀ ਜੌਬ ਦੇ ਵਿੱਚ ਤੁਸੀਂ ਅਬਜ਼ੌਰਬ ਹੋ ਜਾਓਗੇ। ਕੰਸਟਰਕਸ਼ਨ ਇੱਕ ਇਹੋ ਜਿਹਾ ਖੇਤਰ ਹੈਗਾ, ਇੱਕ ਇਹੋ ਜਿਹਾ ਖੇਤਾ ਹੈਗਾ ਜਿਹਦੇ ਵਿੱਚ ਈਵਨ ਪੈਂਡੈਮਿਕ ਦੇ ਡਿਊਰਿੰਗ ਦੇ ਵਿੱਚ ਅਸੀਂ ਕੰਸਟਰਕਸ਼ਨ ਦੀਆਂ ਜੌਬਸ ਵੱਧਦੀਆਂ ਹੀ ਦੇਖੀਆਂ, ਘਟਦੀਆਂ ਕੋਈ ਵੀ ਨਹੀਂ ਚੀਜ਼ ਦੇਖੀ। ਐਂਡ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਕੰਸਟਰਕਸ਼ਨ ਬਿਜ਼ਨਸ ਦੇ ਵਿੱਚ ਹੈਗੇ ਨੇ, ਕੰਸਟਰਕਸ਼ਨ ਜੌਬ ਦੇ ਵਿੱਚ ਹੈਗੇ ਨੇ, ਅਗਲੇ 6 ਮਹੀਨਿਆਂ ਵਾਸਤੇ ਈਵਨ ਸਰਦੀਆਂ ਦੇ ਵਿੱਚ ਉਹਨਾਂ ਕੋਲ ਟਾਈਮ ਨਹੀਂ ਹੈਗਾ, ਬਿਕੋਜ਼ ਦੇ ਹੈਵ ਜੌਬਸ ਫॉर दैट। ਸੋ ਜੇ ਤੁਸੀਂ ਇਸ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ, ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਗੈਟ ਇਨ ਟੱਚ ਵਿਦ ICC ਇਮੀਗ੍ਰੇਸ਼ਨ, ਅਸੀਂ ਤੁਹਾਨੂੰ ਹੈਲਪ ਕਰ ਸਕਦੇ ਹਾਂ। ਐਂਡ ਦੇयर इज़ ਐਬਸੋਲੂਟਲੀ ਜ਼ੀਰੋ ਕਾਸਟ ਟੂ ਦਿਸ। ਤੁਸੀਂ ਸਿਰਫ ਰਿਜ਼ਿਊਮੇ ਸਾਨੂੰ ਫਾਰਵਰਡ ਕਰਨਾ, ਆਪਣੀ ਡਿਟੇਲਸ ਸ਼ੇਅਰ ਕਰਨੀ ਹੈ, ਐਂਡ ਅਸੀਂ ਤੁਹਾਡੀ ਇੰਟਰਵਿਊ ਕਰਵਾ ਦੇਵਾਂਗੇ ਐਂਡ ਤੁਹਾਡੀ ਟ੍ਰੇਨਿੰਗ ਸ਼ੁਰੂ ਹੋ ਸਕਦੀ ਹੈ ਰਾਈਟ ਅਵੇ। ਐਂਡ ਦੂਸਰੀ ਤਰ੍ਹਾਂ ਜੀ ਸਾਡੇ ਕੋਲ ਜੌਬਸ ਜਿਹੜੀਆਂ ਹੈਗੀਆਂ ਹੈਲਥ ਸੈਕਟਰ ਦੇ ਵਿੱਚ ਕੁਝ ਜੌਬਸ ਹੈਗੀਆਂ। ਜੇ ਤੁਸੀਂ ਨਰਸਿੰਗ ਦੀ ਐਕਸਪੀਰੀਅੰਸ ਹੈਗਾ, ਘੱਟੋ ਘੱਟ 2 ਸਾਲ ਦਾ ਤਜਰਬਾ ਹੈਗਾ, ਨਰਸਿੰਗ ਦੀ ਡਿਗਰੀ ਹੈਗੀ ਹੈ, 2 ਸਾਲ ਦਾ ਐਕਸਪੀਰੀਅੰਸ ਹੈਗਾ, ਆਈਲੈਟਸ ਕੀਤਾ ਹੋਇਆ, ਤੇ ਆਪਣਾ CV ਸਾਨੂੰ ਭੇਜ ਦਿਓ। ਐਂਡ ਇਹ ਜੌਬਸ ਜਿਹੜੀਆਂ ਹੈਗੀਆਂ ਤੁਹਾਨੂੰ ਪਹਿਲੇ ਵਰਕ ਪਰਮਿਟ ਤੇ ਤੁਸੀਂ ਆਓਗੇ ਐਂਡ ਇਵੈਂਚੁਅਲੀ ਤੁਸੀਂ PR ਵਾਸਤੇ ਕੁਆਲੀਫਾਈ ਕਰ ਸਕੋਗੇ ਅੰਡਰ PNP ਪ੍ਰੋਗਰਾਮਸ। ਐਂਡ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਸਾਨੂੰ ਈਮੇਲ ਕਰਨੀ ਹੈ, ਤੇ ਸਬਜੈਕਟ ਲਾਈਨ ਦੇ ਵਿੱਚ ਨਰਸਿਸ ਜ਼ਰੂਰ ਲਿਖਣਾ ਐਂਡ ਸੈਂਡ ਇਟ ਟੂ ਅਸ ਐਟ info@iccimmigration.ca। ਇਹਦੇ ਨਾਲ ਸਾਡੇ ਕੋਲ ਹਸਪਿਟੈਲਿਟੀ ਸੈਕਟਰ ਦੀਆਂ ਜੌਬਸ ਅੱਜ ਵੀ ਮੌਜੂਦ ਹੈਗੀਆਂ, ਐਂਡ ਐਟਲਾਂਟਿਕ ਦੀਆਂ ਜੌਬਸ ਹੈਗੀਆਂ। ਐਟਲਾਂਟਿਕ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਆਉਣ ਵਾਲੇ ਸਮੇਂ ਦੇ ਵਿੱਚ ਮੌਜੂਦ ਹੋਣ ਵਾਲੀਆਂ ਹੈਗੀਆਂ, ਅੱਜ ਵੀ ਮੌਜੂਦ ਹੈਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਵੀ। ਐਂਡ ਐਟਲਾਂਟਿਕ ਇੱਕ ਈਜ਼ੀਐਸਟ ਵੇ ਹੈਗਾ PR ਲੈਣ ਵਾਸਤੇ। ਸੋ ਜੇ ਤੁਸੀਂ ਆ ਕੇ ਉੱਥੇ ਵਰਕ ਪਰਮਿਟ ਤੇ ਕੰਮ ਕਰਦੇ ਹੋ, ਤੇ ਰਾਈਟ ਅਵੇ ਤੁਸੀਂ PNP ਦੇ ਵਿੱਚ ਆਪਣੀ ਐਪਲੀਕੇਸ਼ਨ ਪੁੱਟ ਅਪ ਕਰ ਸਕਦੇ ਹੋ। ਸੋ ਤੁਸੀਂ 1.5 ਸਾਲ ਤੋਂ 2 ਸਾਲ ਦੇ ਅੰਦਰ ਪਰਮਾਨੈਂਟ ਰੈਜ਼ੀਡੈਂਸੀ ਵਿਦ ਫੈਮਿਲੀ ਹਾਸਲ ਕਰ ਸਕਦੇ ਹੋ। ਉਹ ਇੱਕ ਇਹੋ ਜਿਹਾ ਪ੍ਰੋਵਿੰਸ ਹੈ, ਜੇ ਗ੍ਰੇਡ 12 ਵੀ ਹੈਗਾ ਆ, ਬੈਂਡਸ 5 ਵੀ ਹੈਗੇ ਨੇ, ਤਾਂ ਵੀ ਤੁਸੀਂ EMPLOYER ਟੀਮ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ। ਸੋ ਜੇ ਇਹਨਾਂ ਪ੍ਰੋਗਰਾਮ ਦਾ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਜੌਬਸ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਨਰਸਿੰਗ ਬੈਕਗ੍ਰਾਉਂਡ ਦੇ ਵਿੱਚ ਹੈਗੇ ਹੋ, ਹਸਪਿਟੈਲਿਟੀ ਸੈਕਟਰ ਦੇ ਵਿੱਚ ਹੈਗੇ ਹੋ, ਤੇ ਰੀਚ ਅਸ ਆਊਟ ਐਂਡ ਵੀ ਕੈਨ ਅਸਿਸਟ ਯੂ ਇਨ ਆਲ ਥੀਸ ਜੌਬਸ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ 'ਚ ਆਏ ਹੋ ਤੇ ਜਾਣਕਾਰੀ ਦਿੱਤੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਤਰਨ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਦੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਸੋ ਜੇਕਰ ਤੁਸੀਂ ਕਿਸੇ ਕੰਸਲਟੈਂਟ ਨਾਲ ਤੁਸੀਂ ਕੰਸਲਟ ਕਰਨਾ ਚਾਹੁੰਦੇ ਹੋ, ਅਸੀਂ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ 'ਚ ਹਮੇਸ਼ਾ ਭਰੋਸੇਮੰਦ ਕੰਸਲਟੈਂਟ ਨੂੰ ਹੀ ਜੋੜਦੇ ਹਾਂ। ਸੋ ICC ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਨੰਬਰਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਸਾਨੂੰ ਫਿਲਹਾਲ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।